ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਨਾਲ ਕੁਝ ਸਿੱਖਣ ਲਈ, ਕੁਝ ਸਿਖਾਉਣ ਲਈ ਐਸਐਮਸੀ ਗੁਰਮਤਿ ਕਲਾਸ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਪ ਸਾਰਿਆਂ ਨੂੰ ਅੱਜ ਦੀ ਇਸ ਕਲਾਸ ਵਿੱਚ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਹਰ ਸੋਮਵਾਰ ਦੀ ਤਰ੍ਹਾਂ ਅੱਜ ਦਾ ਸਾਡਾ ਸੈਸ਼ਨ ਵੀ ਸਵਾਲ ਜਵਾਬ ਦਾ ਹੈ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ, ਸਵਾਲਾਂ ਦੇ ਜਵਾਬ ਪੈਨਲ ਮੈਂਬਰਾਂ ਵੱਲੋਂ ਦਿੱਤੇ ਜਾਂਦੇ ਹਨ। ਜੋ ਸਵਾਲ ਆਪ ਭੇਜਦੇ ਹੋ ਉਹਨਾਂ ਤੇ ਇੱਕ ਸਾਂਝੀ ਰਾਏ ਬਣਾ ਕੇ ਉਹ ਜਵਾਬ ਆਪ ਜੀ ਨਾਲ ਸਾਂਝੇ ਕਰ ਦਿੱਤੇ ਜਾਂਦੇ ਹਨ। ਇਹ ਸਵਾਲ ਜਵਾਬ ਸੈਸ਼ਨ ਦੀ ਸੇਵਾ ਵੀਰ ਰਾਜਾ ਸਿੰਘ ਜੀ ਕਰ ਰਹੇ ਹਨ। ਬੇਨਤੀ ਕਰਦਾ ਹਾਂ ਵੀਰ ਜੀ ਕਿਰਪਾ ਕਰੋ ਜੀ। ਅੱਜ ਦਾ ਇਹ ਸੈਸ਼ਨ ਆਪ ਜੀ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਸੰਗਤ ਜੀ, ਪੈਨਲ ਮੈਂਬਰ ਆਪ ਜੀ ਵੱਲੋਂ ਭੇਜੇ ਸਵਾਲਾਂ ਨੂੰ ਤਿਆਰ ਕਰਕੇ ਆਪ ਦੀ ਖਿਦਮਤ 'ਚ ਹਾਜ਼ਰ ਹਨ। ਤੋਂ ਸਭ ਤੋਂ ਪਹਿਲਾਂ ਆਪ ਨਾਲ ਫਤਿਹ ਸਾਂਝੀ ਕੀਤੀ ਜਾਏਗੀ। ਮੈਂ ਬੇਨਤੀ ਕਰ ਰਿਹਾ ਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮਨਵਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਹਾਂਜੀ, ਕਿੱਕਰ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਜਗੀਰ ਸਿੰਘ ਜੀ। ਇਹ ਪਹੁੰਚੇ ਨਹੀਂ ਲੱਗਦੇ। ਹੁਣੇ ਪਹੁੰਚੇ। ਅੱਛਾ, ਚਲੋ ਜੱਟ ਸਾਹਿਬ ਬੇਨਤੀ ਕरें ਡਾਕਟਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਿੰਦਰ ਕੌਰ ਜੀ ਸ਼ਾਇਦ ਹਾਜ਼ਰ ਨਹੀਂ ਲੱਗਦੇ। ਤੋ ਆਓ ਸੰਗਤ ਜੀ, ਤੇ ਆਪਾਂ ਇੱਕ ਇੱਕ ਸਵਾਲ ਕਰਕੇ ਲੈਣੇ ਆ। ਸਵਾਲ ਜਿਹੜੇ ਨੇ ਉਹ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਨੇ, ਗੁਰਬਾਣੀ ਨਾਲ ਵੀ, ਔਰ ਬਾਕੀ ਜਿਹੜੇ ਸਾਡੇ ਚੱਲਦੇ ਮਸਲੇ ਨੇ ਉਹਨਾਂ ਬਾਰੇ ਵੀ। ਤੋ ਸਭ ਤੋਂ ਪਹਿਲਾਂ ਜਿਹੜੇ ਸਵਾਲ ਲੈ ਰਹੇ ਹਾਂ ਸੰਗਤ ਜੀ, ਜਪ ਬਾਣੀ ਦਾ ਪਾਠ ਤਕਰੀਬਨ ਹਰ ਸਿੱਖ ਜ਼ਰੂਰ ਕਰਦਾ ਹੈ, ਭਾਵੇਂ ਛੋਟੀ ਉਮਰ ਦਾ ਹੈ, ਵੱਡੀ ਉਮਰ ਦਾ ਹੈ। ਤੋ ਉਹਦੇ ਵਿੱਚ ਅਖੀਰ ਤੇ ਜਿਹੜਾ ਸ਼ਲੋਕ ਆਉਂਦਾ ਹੈ, ਆਪਾਂ ਨੂੰ ਪਤਾ ਹੈ ਜਪ ਬਾਣੀ 'ਚ 2 ਸ਼ਲੋਕ ਨੇ, ਕਿ ਪਹਿਲਾਂ ਤੇ ਇੱਕ ਅੰਤ ਵਿੱਚ। ਅੰਤਲੇ ਸ਼ਲੋਕ ਵਿੱਚ ਆਉਂਦਾ ਹੈ, ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗੇਮ ਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਵਾਲ ਹੈ ਸਰ ਹਰਜਿੰਦਰ ਸਿੰਘ ਜੀ ਦਾ। ਉਹ ਪੁੱਛਣਾ ਚਾਹੁੰਦੇ ਨੇ ਵੀ ਕੇਤੀ ਛੁੱਟੀ ਨਾਲ ਦਾ ਮਤਲਬ ਕੀ ਹੈ, ਵੀ ਕਿਆ ਬਾਕੀ ਜਿਹੜੇ ਪਰਿਵਾਰਕ ਮੈਂਬਰ ਨੇ ਅਗਰ ਉਹ ਨਾਮ ਸਿਮਰਨ ਔਰ ਇਸ ਪਾਸੇ ਚੱਲ ਰਹੇ ਨੇ ਤੇ ਮੈਂ ਨਾਮ ਹੀ ਚੱਲਾਂ ਤੇ ਮੈਨੂੰ ਹਿੱਸਾ ਤੇ ਮਿਲ ਜਾਏਗਾ। ਇਹ ਉਹਨਾਂ ਦਾ ਸਵਾਲ ਹੈ, ਤੇ ਮੈਂ ਬੇਨਤੀ ਕਰ ਰਿਹਾ ਇੰਦਰਬੀਰ ਸਿੰਘ ਜੀ, ਇਹਦੇ ਬਾਰੇ ਸਾਨੂੰ ਤੁਸੀਂ ਕੁਝ ਦੱਸੋ ਵੀ ਗੁਰਮਤਿ ਕੀ ਕਹਿੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰ੍ਹਾਂ ਵੀ ਰਾਜਾ ਸਿੰਘ ਜੀ ਨੇ ਪਹਿਲਾਂ ਹੀ ਆਪ ਜੀਆਂ ਨੂੰ ਅੱਜ ਦੇ ਸਵਾਲ ਦੀ ਜਾਣਕਾਰੀ ਦਿੱਤੀ ਹੈ, ਜੋ ਜਪਜੀ ਸਾਹਿਬ ਬਾਣੀ ਦੇ ਦੂਸਰੇ ਸ਼ਲੋਕ ਦੀ ਆਖਰੀ ਪੰਕਤੀ ਦੇ ਬਾਰੇ ਹੈ, ਕੇਤੀ ਛੁੱਟੀ ਨਾਲ। ਤਾਂ ਸੰਗਤ ਜੀ, ਇਸ ਤੋਂ ਪਹਿਲਾਂ ਕਿ ਅਸੀਂ ਇਸ ਦੀ ਵਿਚਾਰ ਕਰੀਏ ਤੇ ਜਪ ਬਾਣੀ ਦਾ ਸਭ ਤੋਂ ਪਹਿਲਾਂ ਅਸੀਂ ਜੇ ਸੰਖੇਪ ਦੇਖੀਏ ਤੇ ਇਸ ਬਾਣੀ ਦੇ ਵਿੱਚ ਕੁੱਲ 38 ਪੌੜੀਆਂ ਹਨ ਤੇ 2 ਸ਼ਲੋਕ ਹਨ। ਤਾਂ ਪਹਿਲਾ ਸ਼ਲੋਕ ਜਿਹੜਾ ਉਹ ਬਾਣੀ ਦੇ ਆਰੰਭ ਵਿੱਚ ਹੈ, ਤੇ ਜਿਸ ਨੂੰ ਮੰਗਲਾਚਰਨ ਵਜੋਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇਸ਼ਟ ਪ੍ਰਭੂ ਦੇ ਸਰੂਪ ਨੂੰ ਜਿਸ ਵਿੱਚ ਬਿਆਨ ਕੀਤਾ ਹੈ। ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਤੇ ਇਸ ਵਿੱਚ ਉਸ ਸ੍ਰਿਸ਼ਟੀ ਦੇ ਰਚਨਹਾਰ ਰੱਬ ਬਾਰੇ, ਪਰਮਾਤਮਾ ਬਾਰੇ ਦੱਸਿਆ ਹੈ
ਕਿ ਉਹ ਸਭ ਤੋਂ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਵੀ ਮੌਜੂਦ ਸੀ, ਯੁਗਾਂ ਦੇ ਮੁੱਢ ਤੋਂ ਮੌਜੂਦ ਹੈ ਤੇ ਹੁਣ ਵੀ ਹੈ ਅਤੇ ਅਗਾਂਹ ਵੀ ਹੋਣ ਵਾਲਾ ਰਹੇਗਾ। ਪਾਓ ਜੋ ਸਦੀਵੀ ਕਾਇਮ ਰਹਿਣ ਵਾਲੀ ਹਸਤੀ ਹੈ, ਉਹ ਪ੍ਰਭੂ ਅੱਜ ਵੀ ਹੈ ਤੇ ਹਮੇਸ਼ਾ ਵਿੱਚ ਉਹ ਮੌਜੂਦ ਰਹੇਗਾ। ਤੇ ਇਸ ਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਉਸ ਇਸ਼ਟ ਪ੍ਰਭੂ ਦੇ ਮਹਾਨ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਇੱਕ ਜੁਗਤੀ ਦੱਸੀ ਹੈ, ਜੋ ਇਸ ਬਾਣੀ ਦਾ ਨਾਮ ਦੇ ਵਿੱਚ ਹੀ ਸਮੋਈ ਹੋਈ ਹੈ, ਜਪ। ਤੇ ਜਪ ਇਸ ਬਾਣੀ ਦਾ ਨਾਂ ਹੈ, ਜੋ ਇੱਕ ਅਲੱਗ ਵਰਡ ਹੈ, ਜਿਸ ਦੇ ਦੋਨਾਂ ਪਾਸੇ ਡੰਡੀ ਲੱਗੀ ਹੋਈ ਹੈ ਗੁਰਬਾਣੀ ਦੇ ਵਿੱਚ। ਸੋ ਉਹ ਇਹ ਇੱਕ ਐਸੀ ਜੁਗਤ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਦੱਸੀ ਹੈ, ਜਿਸ ਵਿੱਚ ਮਨੁੱਖ ਦਾ ਜਿਹੜਾ ਆਸ਼ਾ ਹੈ, ਮਨੋਰਥ ਹੈ, ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਗੁਣ ਰੂਪੀ ਹੋਣਾ ਤੇ ਇੱਕ ਸਿਮਰਨ ਦੇ ਰਾਹੀਂ ਉਸ ਗੁਣਾਂ ਦੇ ਖਜ਼ਾਨੇ ਤੀਕਰ ਪਹੁੰਚਿਆ ਜਾ ਸਕਦਾ ਹੈ, ਤੇ ਜਿਸ ਦਾ ਤਰੀਕਾ, ਜਿਸ ਦੀ ਜੁਗਤੀ ਹੁਕਮ ਰਜ਼ਾਈ ਚੱਲਣਾ ਦੇ ਨਾਲ ਗੁਰੂ ਸਾਹਿਬ ਨੇ ਬਿਆਨ ਕੀਤੀ ਹੈ। ਹੁਣ ਦੂਸਰਾ ਸ਼ਲੋਕ, ਜਿਸ ਤਰ੍ਹਾਂ ਦੀ ਅੱਜ ਕੁਐਸਚਨ ਦੇ ਅਧੀਨ ਵਿੱਚ ਹੈ, ਉਸ ਵਿੱਚ ਗੁਰੂ ਸਾਹਿਬ ਨੇ ਇਸ ਬਾਣੀ ਦਾ ਪੂਰਾ ਸਿਧਾਂਤ ਕਿਹੜਾ ਹੈ ਉਹ ਸਾਨੂੰ ਦੱਸਿਆ। ਤੇ ਇਸ ਸ਼ਲੋਕ ਦੀ ਜਿਹੜੀਆਂ ਪੰਕਤੀਆਂ ਹਨ ਇਸ ਪ੍ਰਕਾਰ ਹਨ: ਪਉਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਭਾਵ ਪਵਨ ਜਿਹੜੀ ਹਵਾ ਹੈ, ਪ੍ਰਾਣ, ਸਵਾਸ, ਜਿਸ ਤਰ੍ਹਾਂ ਦੀ ਸਰੀਰਕ ਤਲ ਤੇ ਇਨਸਾਨ ਦੇ ਲਈ, ਉਸਦੀ ਹਸਤੀ ਲਈ ਜ਼ਰੂਰੀ ਹਨ, ਐਵੇਂ ਆਤਮਿਕ ਤੌਰ ਤੇ ਜ਼ਿੰਦਾ ਰਹਿਣ ਲਈ ਵੀ ਉਹੀ ਪ੍ਰਾਣ, ਹਵਾ ਰੂਪ ਸ਼ਬਦ ਗੁਰੂ ਜਿਹੜਾ ਹੈ, ਉਹ ਉਸਦਾ ਉਪਦੇਸ਼ ਮਨੁੱਖ ਲਈ ਜ਼ਰੂਰੀ ਹੈ। ਜਿਸ ਤਰ੍ਹਾਂ ਦੀ ਹੋਰ ਵੀ ਅੱਗੇ ਬਾਣੀ ਵਿੱਚ ਗੁਰੂ ਸਾਹਿਬ ਬਚਨ ਕਰਦੇ ਨੇ, ਪਉਣ ਆਰੰਭ ਸਤਿਗੁਰ ਮਤ ਵੇਲਾ। ਸੋ ਇਸੇ ਤਰ੍ਹਾਂ ਦੀ ਜੀਵਾਂ ਲਈ ਪਾਣੀ ਤੇ ਧਰਤੀ ਇਹ ਮਾਤਾ ਪਿਤਾ ਦੇ ਸਮਾਨ ਹਨ। ਜੇ ਪਿਤਾ ਤੇ ਮਾਤਾ ਦੇ ਸਰੀਰਕ ਸੰਜੋਗ ਤੋਂ ਜੀਵਾਂ ਦਾ ਜਨਮ ਹੁੰਦਾ ਹੈ, ਮਾਂ ਆਪਣੀ ਕੁੱਖ ਵਿੱਚ ਬੱਚੇ ਨੂੰ ਪਾਲਦੀ ਹੈ, ਤਿਵੇਂ ਹੀ ਪਾਣੀ ਅਤੇ ਧਰਤੀ ਦੇ ਸੰਜੋਗ ਤੋਂ ਜੀਵਾਂ ਦੀ ਉਤਪਤੀ ਤੇ ਪਾਲਣਾ ਦਾ ਸਿਲਸਿਲਾ ਜਿਹੜਾ ਹੈ ਚੱਲਦਾ ਹੈ। ਭਾਵ ਜਗਤ ਦੀ ਸਦੀਵੀ ਕਾਇਮ ਰਹਿਣ ਵਾਲੀ ਹਸਤੀ ਵੱਲੋਂ ਤਿਆਰ ਕੀਤਾ ਇਹ ਅਖਾੜਾ ਜਿਹੜਾ ਹੈ, ਇਹ ਉਸ ਅਕਾਲ ਪੁਰਖ ਦਾ ਆਪ ਬਣਾਇਆ, ਜਿਸ ਵਿੱਚ ਹਵਾ, ਪਾਣੀ ਵਗੈਰਾ ਜਿਹੜੇ ਤੱਤ ਹਨ, ਇਹ ਗੁਰੂ ਸਾਹਿਬ ਨੇ ਦੱਸੇ। ਅੱਗੇ ਗੁਰੂ ਸਾਹਿਬ ਬਚਨ ਕਰਦੇ ਹਨ: ਦਿਵਸ ਰਾਤ ਦੋਏ ਦਾਈ ਦਾਇਆ, ਖੇਲਾ ਸਗਲ ਜਗਤ। ਤੇ ਜਿਸ ਤਰ੍ਹਾਂ ਦੀ ਬੱਚਿਆਂ ਨੂੰ ਖਿਡਾਉਣ ਵਾਸਤੇ ਦਿਨ ਵੇਲੇ ਕਈ ਮਤਲਬ ਜਿਹੜੇ ਅਮੀਰ ਲੋਕ ਕਹੀਏ ਜਾਂ ਪੁਰਾਤਨ ਸਮੇਂ ਵਿੱਚ ਰਾਜੇ ਜਿਹੜੇ ਹੁੰਦੇ ਸਨ, ਆਪਣੇ ਬੱਚਿਆਂ ਨੂੰ ਦਿਨ ਵਕਤ ਉਹਨਾਂ ਦਾ ਇੱਕ ਖਿਡਾਵਾ ਅਲੱਗ ਹੁੰਦਾ ਸੀ, ਜਿਹੜਾ ਬੱਚਿਆਂ ਨੂੰ ਬਾਹਰ ਖਿਡਾਉਂਦਾ ਸੀ, ਤੇ ਰਾਤ ਵਾਲੇ ਉਹਨਾਂ ਨੂੰ ਦਾਈ ਜਿਹੜੀ ਹੁੰਦੀ ਸੀ, ਉਹ ਬੱਚੇ ਨੂੰ ਖਿਡਾਉਂਦੀ ਸੀ, ਦੁੱਧ ਪਿਲਾਉਂਦੀ ਸੀ। ਤੇ ਇਸ ਤਰ੍ਹਾਂ ਦੀ ਪਰਮਾਤਮਾ ਵੀ ਜਿਹੜਾ ਹੈ, ਉਹ ਇਹ ਜੀਵਾਂ ਦਾ, ਇਹ ਸਾਰੇ ਜੀਵ ਉਸਦੀ ਸੰਤਾਨ ਹਨ। ਇਹ ਜੀਵ ਵੀ ਇੱਕ ਖੇਡ ਖੇਡ ਰਹੇ ਹਨ, ਤੇ ਸਾਰੀ ਖੇਡ ਜਿਹੜਾ ਹੈ ਪਰਮਾਤਮਾ ਹੀ ਖਿਡਾ ਰਿਹਾ। ਉਹ ਖੇਡ ਕਿਹੜੀ ਹੈ? ਸਾਰੇ ਹੀ ਆਪਣੇ ਕਾਰ ਵਿਹਾਰ ਵਿੱਚ ਆਪਣੇ ਕਿਰਤ ਕੰਮ ਜਿਹੜੇ ਨੇ ਇਸ ਸੰਸਾਰ ਦੇ ਵਿੱਚ ਕਰ ਰਹੇ ਹਨ, ਤੇ ਇਹੀ ਖੇਡ ਜਿਹੜਾ ਹੈ ਮਨੁੱਖ ਲਗਾਤਾਰ ਖੇਡ ਰਿਹਾ। ਤੇ ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਥਾਂ ਤੇ ਇਹਨਾਂ ਹੀ ਬਚਨਾਂ ਦੇ ਰਾਹੀਂ ਇਸ ਜਗਤ ਤਮਾਸ਼ੇ ਨੂੰ ਜੋ ਪਰਮਾਤਮਾ ਨੇ ਸਾਜਿਆ ਹੈ, ਉਸ ਨੂੰ ਬਿਆਨ ਕਰਦੇ ਫਰਮਾਉਂਦੇ ਹਨ: ਪਉਣ ਗੁਰੂ ਪਾਣੀ ਪਿਤ ਜਾਤਾ, ਉਦਰ ਸੰਜੋਗੀ ਧਰਤੀ ਮਾਤਾ, ਰਹਿਣ ਦਿਨਸ ਦੋਏ ਦਾਈ ਦਾਇਆ, ਜਗ ਖੇਲੇ ਖੇਲਾਈ ਹੈ। ਭਾਵ ਇਸ ਸੰਸਾਰ ਰਣ ਭੂਮੀ ਵਿੱਚ ਜੀਵ ਇੱਕ ਖਿਡਾਰੀ ਦੀ ਤਰ੍ਹਾਂ ਖੇਡ ਰਹੇ ਹਨ, ਤੇ ਇਸ ਜੀਵਨ ਖੇਡ ਨੂੰ ਖਿਡਾਉਣ ਵਾਲਾ ਉਹ ਪਰਮਾਤਮਾ ਆਪ ਹੈ। ਹੁਣ ਅੱਗੇ ਗੁਰੂ ਸਾਹਿਬ ਬਚਨ ਕਰਦੇ ਨੇ: ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਇੱਥੇ ਗੁਰੂ ਸਾਹਿਬ ਜੀ ਨੇ ਇਸ ਨੂੰ ਹੋਰ ਅੱਗੇ ਜਾ ਕੇ ਤੋਰਿਆ ਹੈ ਕਿ ਸਾਰੇ ਜੀਵ ਜਿਹੜੇ ਸੰਸਾਰੀ ਖੇਡ ਖੇਡ ਰਹੇ ਹਨ, ਜਿਹੜੇ ਕਿਰਿਆ ਕਰਮ ਕਰ ਰਹੇ ਹਨ, ਕਈ ਜੀਵ ਜਿਹੜੇ ਹਨ ਉਹ ਚੰਗੇ ਕਰਮ ਕਰ ਰਹੇ ਨੇ, ਚੰਗੀ ਕਿਰਤ ਕਰ ਰਹੇ ਨੇ, ਕਈ ਉਸ ਵਿੱਚ ਆਪਣੇ ਵਿਕਾਰਾਂ ਵਿੱਚ ਫਸ ਕੇ ਮਾੜੀ ਕਿਰਿਆ ਵੀ ਕਰ ਰਹੇ ਹਨ, ਮਾੜੇ ਕਰਮ ਵੀ ਕਰ ਰਹੇ ਨੇ। ਪਰ ਇਸ ਸਾਰੀ ਕਿਰਿਆ ਦਾ ਜਿਹੜਾ ਹੈ, ਇਸ ਦੀ ਵਾਚ, ਇਸ ਦੀ ਨਿਗਰਾਨੀ ਉਹ ਪਰਮਾਤਮਾ ਧਰਮ ਦੇ ਰੂਪ ਵਿੱਚ ਪਰਮਾਤਮਾ ਵੱਲੋਂ ਆਪ ਕੀਤੀ ਜਾਂਦੀ ਹੈ। ਤੋ ਧਰਮ ਰੂਪੀ ਨਿਯਮ ਕਾਨੂੰਨ ਜਿਹੜਾ ਪਰਮਾਤਮਾ ਦਾ ਹੈ, ਇਹਨਾਂ ਜੀਵਾਂ ਦੇ ਮਾੜੇ ਚੰਗੇ ਕੰਮਾਂ ਨੂੰ ਆਪ ਦੇਖ ਰਿਹਾ ਹੈ, ਆਪ ਵਾਚ ਕਰ ਰਿਹਾ ਹੈ, ਅਤੇ ਚੰਗੇ ਮੰਦੇ ਕੰਮਾਂ ਅਨੁਸਾਰ ਹੀ ਜੀਵ ਅਕਾਲ ਪੁਰਖ ਦੇ ਕਈ ਨੇੜੇ ਹੋ ਜਾ ਰਹੇ ਹਨ ਤੇ ਕਈ ਉਸ ਤੋਂ ਦੂਰ ਜਾ ਰਹੇ ਹਨ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦਲਾ ਖੇਤ। ਭਾਵ ਰੱਬ ਦੀ ਨੇੜਤਾ ਅਤੇ ਦੂਰੀ ਸਾਡੇ ਜੀਵਨ ਵਿਹਾਰ ਤੇ ਨਿਰਭਰ ਕਰਦੀ ਹੈ, ਨਾ ਕਿ ਸਾਡੀਆਂ ਧਾਰਮਿਕ ਗੱਲਾਂ ਤੇ, ਧਾਰਮਿਕ ਲਿਬਾਸ ਤੇ, ਜਾਂ ਕਰਮਕਾਂਡ ਆਦਿ ਵਿੱਚ ਅਸੀਂ ਜੋ ਵੀ ਧਾਰਮਿਕ ਕਰਮ ਕਰੀਏ, ਉਹ ਜਿਹੜੇ ਨੇ ਉਹ ਇਸ ਦਾ ਜਿਹੜਾ ਹੈ ਉਹ ਕਦੀ ਵੀ ਉਹਨਾਂ ਤੇ ਮਤਲਬ ਜਿਹੜਾ ਨਿਬੇੜਾ ਹੈ, ਉਹ ਕਰਮਾਂ ਦੀ ਖਲਾਸੀ ਜਿਹੜੀ ਹੈ ਉਹ ਉਸ ਤੇ ਬੇਸਿਸ ਤੇ ਨਹੀਂ ਹੁੰਦੀ। ਤੇ ਹੁਣ ਆਖਰੀ ਪੰਕਤੀ ਜਿਹਨਾਂ ਦੇ ਸਵਾਲਾਂ ਦਾ, ਜਿਸ ਵਿੱਚ ਅੱਜ ਦਾ ਸਵਾਲ ਆਇਆ, ਉਸ ਦੀ ਸ਼ੁਰੂਆਤ ਜਿਹੜੀ ਹੈ: ਜਿਨੀ ਨਾਮ ਤੇ ਆਇਆ
ਗਏ ਮੁਸ਼ੱਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੋ ਸੰਗਤ ਜੀ, ਗੁਰੂ ਨਾਨਕ ਸਾਹਿਬ ਨੇ ਜਦ ਅਸੀਂ ਜਪ ਬਾਣੀ ਪੜ੍ਹਦੇ ਹਾਂ ਤੇ ਸ਼ੁਰੂ ਵਿੱਚ ਸਾਨੂੰ ਇਹ ਇੱਕ ਤੱਤਸਾਰ ਇਸ ਬਾਣੀ ਦਾ ਦੱਸਿਆ ਹੈ ਕਿ ਮਨੁੱਖ ਦਾ ਜਿਹੜਾ ਏਮ ਹੈ ਸੰਸਾਰ ਦੇ ਵਿੱਚ, ਉਹ ਸੱਚਿਆਰ ਮਨੁੱਖ ਬਣਨ ਦਾ ਹੈ। ਤੇ ਸੱਚਿਆਰ ਮਨੁੱਖ ਤੋਂ ਕੀ ਭਾਵ ਹੈ? ਕਿਉਂਕਿ ਮਨੁੱਖ ਵਿਕਾਰਾਂ ਦੇ ਵਿੱਚ ਜੁੜ ਕੇ ਅੱਜ ਅਸੀਂ ਦੇਖਦੇ ਹਾਂ ਕਿ ਕੂੜ ਜਾਲ ਦੇ ਵਿੱਚ ਫਸਿਆ ਰਹਿੰਦਾ ਹੈ, ਤੇ ਕੂੜ ਦੇ ਕਾਰਨ ਮਨੁੱਖ ਦਾ ਜੀਵਨ ਕੈਸਾ ਹੁੰਦਾ ਹੈ, ਸੁਸਾਇਟੀ ਕੈਸੀ ਬਣ ਜਾਂਦੀ ਹੈ। ਤੇ ਦੇਖਦੇ ਹਾਂ ਅਸੀਂ ਹਰ ਪਾਸੇ ਦਗਾ, ਝੂਠ, ਫਰੇਬ, ਧੋਖਾਧੜੀ, ਕਰਪਸ਼ਨ, ਦੁਰਾਚਾਰ, ਇੱਕ ਦੂਜੇ ਨੂੰ ਦੇ ਹੱਕਾਂ ਨੂੰ ਮਾਰਨਾ, ਨਸ਼ਿਆਂ ਦੇ ਵਿੱਚ ਭਰਮਾਰ, ਇਹ ਸਾਰਾ ਇੱਕ ਜੀਵਨ ਦੀ ਖੇਡ ਬਣ ਜਾਂਦੀ ਹੈ। ਤੇ ਇਸ ਕੂੜਿਆਰ ਜੀਵਨ ਚੋਂ ਗੁਰੂ ਸਾਹਿਬ ਨੇ ਇੱਕ ਤਾਕੀਦ ਕੀਤੀ ਹੈ ਕਿ ਸਾਡਾ ਨਿਸ਼ਚਾ ਜਿਹੜਾ ਹੈ ਉਹ ਸੱਚਿਆਰ ਬਣਨ ਦਾ ਹੈ। ਤੇ ਸੱਚਿਆਰ ਬਣਨ ਸਾਹਿਬ ਨੇ, ਗੁਰੂ ਸਾਹਿਬ ਨੇ ਕਿਹਾ ਕਿ ਮਨੁੱਖੀ ਜੀਵ ਨੂੰ ਇੱਕ ਮਹਾਨ ਸੇਧ ਦਿੱਤੀ ਹੈ। ਇਸ ਕੂੜ ਦੀ ਕੰਧ ਨੂੰ ਜੋ ਕਿ ਮਨੁੱਖ ਦੇ ਤੇ ਪਰਮਾਤਮਾ ਦੇ ਦਰਮਿਆਨ ਇੱਕ ਵਿਥ ਪੈਦਾ ਕਰ ਰਹੀ ਹੈ, ਇਸ ਨੂੰ ਦੂਰ ਕਿਵੇਂ ਕਰਨਾ ਹੈ, ਇੱਕ ਸੱਚਿਆਰ ਮਨੁੱਖ ਕਿਵੇਂ ਬਣਨਾ ਹੈ, ਪਰਮਾਤਮਾ ਦਾ ਸੱਚਾ ਭਗਤ ਕਿਵੇਂ ਬਣਨਾ ਹੈ, ਤੇ ਕਿਵੇਂ ਆਪਣੇ ਅੰਦਰ ਸੱਚ ਦਾ ਪ੍ਰਕਾਸ਼ ਕਰਨਾ ਹੈ, ਤੇ ਕਿਵੇਂ ਆਪਣੇ ਅਸਲੇ ਪਰਮਾਤਮਾ ਨਾਲ ਮਿਲਾਪ ਕਰਨਾ ਹੈ। ਤੇ ਗੁਰੂ ਸਾਹਿਬ ਨੇ ਸਵਾਲ ਕੀਤਾ ਹੈ ਪਹਿਲੀ ਪੌੜੀ ਦੇ ਅਖੀਰ ਵਿੱਚ, ਕਿਵ ਸੱਚਿਆਰਾ ਹੋਈਐ ਕਿਵ ਕੂੜੈ ਟੁੱਟੇ ਪਾ। ਤੇ ਇਸ ਦੇ ਉੱਤਰ ਵਿੱਚ ਗੁਰੂ ਸਾਹਿਬ ਫਿਰ ਅੱਗੇ ਬਚਨ ਕਰਦੇ ਨੇ ਕਿ ਇੱਕ ਆਦਰਸ਼ਕ ਜੀਵਨ ਵਾਲਾ ਮਨੁੱਖ ਬਣਨ ਲਈ ਆਪਣੇ ਅੰਦਰੋਂ ਕੂੜ ਦੀ ਪਾਲ ਪਾਓ। ਕੂੜ ਦੀ ਜਿਹੜੀ ਕੰਧ ਹੈ, ਇਹ ਜਿਹੜੀ ਦੀਵਾਰ ਹੈ ਜੋ ਵਿਕਾਰਾਂ ਨਾਲ ਖੜੀ ਹੁੰਦੀ ਹੈ, ਇਹ ਪਰਮਾਤਮਾ ਦੇ ਨਾਲੋਂ ਦੂਰੀ ਪੈਦਾ ਕਰਦੀ ਹੈ। ਉਸ ਨੂੰ ਤੋੜਨ ਲਈ, ਇੱਕ ਸੱਚਿਆਰ ਮਨੁੱਖ ਬਣਨ ਲਈ ਪਰਮਾਤਮਾ ਦੇ ਹੁਕਮ, ਪਰਮਾਤਮਾ ਦੀ ਰਜ਼ਾ ਵਿੱਚ ਤੁਰਨਾ ਜ਼ਰੂਰੀ ਹੈ। ਅਤੇ ਇਹ ਪਰਮਾਤਮਾ ਦਾ ਹੁਕਮ ਜਿਹੜਾ ਹੈ, ਇਹ ਅਟਲ ਨਿਯਮ ਜਾਂ ਕਾਨੂੰਨ ਹੈ ਜੋ ਪ੍ਰਭੂ ਦੀ ਸ੍ਰਿਸ਼ਟੀ ਸਿਰਜਣ ਦੇ ਨਾਲ ਹੀ ਮਤਲਬ ਸਿਰਜ ਸਕਦਾ ਹੈ। ਭਾਵ ਪ੍ਰਭੂ ਦੇ ਭਾਣੇ ਵਿੱਚ ਰਹਿ ਕੇ, ਹੁਕਮ ਦੇ ਰਜ਼ਾ ਵਿੱਚ ਹੀ ਇਹ ਜਿਹੜਾ ਸੱਚਿਆਰ ਦਾ ਮਾਰਗ ਹੈ ਅਸੀਂ ਪ੍ਰਾਪਤ ਕਰ ਸਕਦੇ ਹਾਂ। ਤੇ ਗੁਰੂ ਸਾਹਿਬ ਬਚਨ ਕਰਦੇ ਨੇ ਇਸ ਸਵਾਲ ਦੇ ਜਵਾਬ ਵਿੱਚ, ਕਿ ਸੱਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਸੋ ਇੱਕ ਪੂਰਾ ਫਲਸਫਾ ਸੱਚਿਆਰ ਜੀਵਨ ਜੀਣ ਦਾ, ਇਹ ਬਣਨਾ ਕਿਸ ਤਰ੍ਹਾਂ ਦੀ ਹੈ, ਜਪ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਇਹਨਾਂ ਪੰਕਤੀਆਂ ਦੇ ਵਿੱਚ ਦਰਸਾਇਆ। ਤੇ ਅੱਗੇ ਜਾ ਕੇ ਸਾਰੀ ਬਾਣੀ ਵਿੱਚ ਇਸੇ ਆਸ਼ੇ ਦੇ ਤਹਿਤ ਘੁੰਮਦੀ ਹੈ ਕਿ ਸੱਚਿਆਰ ਬਣਨਾ ਕਿਸ ਤਰ੍ਹਾਂ ਦੀ ਹੈ। ਸਾਰੇ ਸਟੈਪਸ ਇਸ ਗੁਰਬਾਣੀ ਦੇ ਵਿੱਚ ਸਾਨੂੰ ਬਾਣੀ ਦੇ ਵਿੱਚ ਪਰਮਾਤਮਾ ਵੱਲੋਂ, ਗੁਰੂ ਨਾਨਕ ਸਾਹਿਬ ਵੱਲੋਂ ਰਚੇ ਮਿਲਦੇ ਹਨ। ਤੇ ਹੁਣ ਇਹਨਾਂ ਪੰਕਤੀਆਂ ਵਿੱਚ ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਘਾਲ, ਗੁਰੂ ਸਾਹਿਬ ਇਸੇ ਚੀਜ਼ ਨੂੰ ਦਾ ਤਤਸਾਰ ਸਾਨੂੰ ਦੇ ਰਹੇ ਨੇ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਹੁਕਮ ਵਿੱਚ ਚੱਲ ਕੇ, ਪਰਮਾਤਮਾ ਦੇ ਹੁਕਮ ਵਿੱਚ ਜਗਤ ਰੂਪੀ ਜਿਹੜੀ ਖੇਡ ਮਨੁੱਖ ਖੇਡ ਰਿਹਾ, ਹੁਕਮ ਵਿੱਚ ਖੇਡੀ ਹੈ, ਜਿਨ੍ਹਾਂ ਨੇ ਉਸ ਦੀ ਰਜ਼ਾ ਦੇ ਵਿੱਚ ਖੇਡ ਖੇਡੀ ਹੈ, ਤੇ ਉਹਨਾਂ ਜੀਵਾਂ ਦਾ ਕੀ ਹੁੰਦਾ ਹੈ, ਉਹ ਆਪਣੀ ਮਿਹਨਤ ਸਫਲ ਕਰ ਜਾਂਦੇ ਨੇ, ਤੇ ਉਹਨਾਂ ਦਾ ਮਨੁੱਖੀ ਜੀਵਨ ਵੀ ਸਫਲ ਹੋ ਜਾਂਦਾ ਹੈ, ਤੇ ਪ੍ਰਭੂ ਦੀ ਨਜ਼ਰ ਵਿੱਚ ਉਹ ਕਬੂਲੇ ਜਾਂਦੇ ਨੇ। ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ, ਉਹ ਪ੍ਰਭੂ ਦੀ ਦਰਗਾਹ ਵਿੱਚ, ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲੇ ਜਾਂਦੇ ਹਨ, ਤੇ ਪ੍ਰਭੂ ਦੀ ਦਰਗਾਹ ਵਿੱਚ ਸੁਰਖਰੂ ਹੋ ਜਾਂਦੇ ਹਨ। ਤੇ ਉਹਨਾਂ ਦੀ ਸੰਗਤ ਕਰਕੇ ਹੀ ਕੀਤੀ ਛੁੱਟੀ ਨਾਲ, ਉਹਨਾਂ ਦੀ ਸੰਗਤ ਕਰਕੇ ਹੀ ਹੋਰ ਵੀ ਕਈ ਮਨੁੱਖ ਜਿਹੜੇ ਜੀਵ ਹਨ, ਉਹ ਸੁਚੱਜੇ ਰਾਹ ਤੇ ਤੁਰ ਪੈਂਦੇ ਹਨ। ਭਾਵ ਪ੍ਰਭੂ ਦੀ ਨਾਮ ਦੀ ਰੰਗਤ ਉਹਨਾਂ ਤੇ ਵੀ ਚੜ ਪੈਂਦੀ ਹੈ, ਤੇ ਉਹ ਵੀ ਉਸ ਸਫਲ ਮਿਹਨਤ ਦਾ ਹਿੱਸਾ ਬਣ ਜਾਂਦੇ ਹਨ, ਜਿਸ ਦੇ ਰਾਹੀਂ ਉਸ ਪਰਮਾਤਮਾ ਦਾ ਨਾਮ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ, ਤੇ ਉਹਨਾਂ ਦਾ ਜੀਵਨ ਵੀ ਜਿਹੜਾ ਹੈ ਉਹ ਸਫਲ ਰਸਤੇ ਵਿੱਚ ਆ ਜਾਂਦਾ ਹੈ। ਕਿਉਂਕਿ ਇੱਕ ਸੱਚਿਆਰ ਮਨੁੱਖ ਹੀ ਪਰਮਾਤਮਾ ਦੇ ਨਾਲ ਜੁੜਿਆ ਹੋਵੇ, ਜੋ ਸੱਚਿਆਰ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਵੇ, ਉਸ ਦਾ ਸੱਚਾ ਭਗਤ ਹੋਵੇ, ਉਹ ਆਪਣੇ ਆਲੇ ਦੁਆਲੇ ਵੀ ਇੱਕ ਐਸਾ ਸੁੰਦਰ ਵਾਤਾਵਰਨ ਪੈਦਾ ਕਰ ਦਿੰਦਾ ਹੈ, ਇੱਕ ਐਸਾ ਸਮਾਜ ਪੈਦਾ ਕਰ ਦਿੰਦਾ ਹੈ ਜੋ ਦੂਜਿਆਂ ਨੂੰ ਵੀ ਰੱਬੀ ਗਿਆਨ ਦਾ ਚਾਨਣ ਦੇ ਸਕਦਾ ਹੈ। ਤੋ ਖਾਲਸਾ ਸੰਗਤ ਜੀ, ਇਸੇ ਕਾਰਨ ਪੰਥ ਖਾਲਸਾ ਨੇ ਅਰਦਾਸ ਵਿੱਚ ਵੀ ਐਸੇ ਸੱਚਿਆਰ ਮਨੁੱਖਾਂ ਦੀ, ਐਸੇ ਸੱਚਿਆਰ ਗੁਰਮੁਖਾਂ ਦੀ ਯਾਚਨਾ ਕਰਦੇ ਹੋਏ ਇਹ ਬੋਲ ਹਰ ਗੁਰਸਿੱਖ ਦੀ ਅਰਦਾਸ ਦੇ ਵਿੱਚ ਸ਼ਾਮਲ ਕਰਦੇ ਹਨ। ਤੇ ਹਰ ਸਿੱਖ ਜੋ ਵੀ ਨਿਤਨੇਮ ਕਰਦਾ ਹੈ, ਉਸ ਤੋਂ ਬਾਅਦ ਅਕਾਲ ਪੁਰਖ ਅੱਗੇ ਇਹੋ ਅਰਦਾਸ ਕਰਦਾ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਪਾਓ ਉਸ ਸੱਚਿਆਰ ਮਨੁੱਖਾਂ ਦਾ ਸੰਗਤ ਸਾਨੂੰ ਵੀ ਦਿਓ, ਤਾਂ ਕਿ ਉਸ ਅਕਾਲ ਪੁਰਖ ਦੇ ਗੁਣਾਂ ਦੀ ਰੰਗਤ ਸਾਡੇ ਤੇ ਵੀ ਚੜ ਪਵੇ, ਅਸੀਂ ਵੀ ਚੰਗੇ ਮਾਰਗ ਚੱਲਣ ਲਈ ਉਹ ਮਿਹਨਤ ਕਰੀਏ, ਕਿ ਉਸ ਗੁਰਬਾਣੀ ਦੇ ਨਾਲ, ਉਸ ਨਾਮ ਦੇ ਨਾਲ ਜੁੜੀਏ। ਤੇ ਇਸ ਤਰੀਕੇ ਦੇ ਨਾਲ ਸਾਡੀ ਅਰਦਾਸ ਵੀ ਅਕਾਲ ਪੁਰਖ ਕਬੂਲ ਕਰੇ। ਇਹ ਯਾਚਨਾ ਹਰ ਸਿੱਖ ਰੋਜ਼ ਅਰਦਾਸ ਦੇ ਵਿੱਚ ਕਰਦਾ ਹੈ। ਸੋ ਆਸ ਹੈ ਜਿਸ ਵੀ ਵੀਰ ਨੇ ਇਹ ਸਵਾਲ ਕੀਤਾ ਹੈ, ਉਹਨਾਂ ਨੂੰ ਜਿਹੜੀ ਸਾਡੀ ਜਾਣਕਾਰੀ ਸੀ ਉਸ ਰਾਹੀਂ ਉਹ ਪ੍ਰਾਪਤ ਜ਼ਰੂਰ ਹੋਈ ਹੋਵੇਗੀ। ਤੇ ਫਿਰ ਵੀ ਆਪ ਜੀ ਸੇਧਾਂ ਦੇ ਸਕਦੇ ਹੋ, ਤੇ ਗੁਰਬਾਣੀ ਦਾ ਜਿਹੜਾ ਵਿਚਾਰ ਹੈ ਉਹ ਤੇ
ਉਸਦੀ ਕੋਈ ਸੀਮਾ ਨਹੀਂ ਹੈ, ਬਹੁਤ ਬੇਅੰਤ ਹੈ। ਤੇ ਆਪ ਵੀ ਜਿਹੜੀ ਸੇਧ ਹੈ ਜ਼ਰੂਰ ਦੇ ਸਕਦੇ ਹੋ। ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੜੇ ਵਿਸਥਾਰ ਨਾਲ ਵੀਰਿੰਦਰਵੀਰ ਸਿੰਘ ਜੀ ਨੇ ਜੋ ਸ਼ਲੋਕ ਹੈ ਉਹਦੀ ਸਾਨੂੰ ਵਿਆਖਿਆ ਵੀ ਦੱਸੀ ਹੈ ਔਰ ਅੱਜ ਦੇ ਸਵਾਲ ਦਾ ਜਵਾਬ ਵੀ ਦਿੱਤਾ ਹੈ। ਮੈਂ ਬੇਨਤੀ ਕਰਦੇ ਹਾਂ ਕਿ ਹਰਜਿੰਦਰ ਸਿੰਘ ਜੀ, ਤੁਹਾਡਾ ਜਿਹੜਾ ਸਵਾਲ ਹੈ, ਦੇਖੋ ਸਾਡੇ ਘਰ ਦੇ ਮੈਂਬਰ ਸਾਡੇ ਲਈ ਕੋਈ ਖਾਦ ਪਦਾਰਥ, ਕੋਈ ਵਸਤਾਂ ਜਿਹੜੀਆਂ ਨੇ ਉਹ ਬਣਾ ਕੇ ਦੇ ਸਕਦੇ ਨੇ, ਪਰੰਤੂ ਖਾਣੀਆਂ ਤੇ ਆਪ ਕਰਦੀਆਂ। ਸੋ ਇਸ ਕਰਕੇ ਮਾਹੌਲ ਹੈ ਕਿ ਜੇ ਬਾਕੀ ਜਿਵੇਂ ਵੀਰ ਜੀ ਦੱਸਿਆ ਸੰਗਤ ਕਰਕੇ ਸਾਡੇ ਤੇ ਰੰਗਤ ਚੜ ਜਾਂਦੀ ਹੈ, ਪਰੰਤੂ ਇੱਕ ਗੱਲ ਯਾਦ ਰੱਖੋ ਕਿ ਮਿਹਨਤ ਆਪ ਆਪਣੀ ਕਲਿਆਣ ਲਈ ਮਿਹਨਤ ਆਪ ਹੀ ਕਰਨੀ ਪੈਣੀ ਹੈ। ਜਿਵੇਂ ਹੁਣੇ ਤੁਸੀਂ ਮਤਲਬ ਬ੍ਰੇਕਫਾਸਟ ਛਕਿਆ ਨਾ, ਉਹ ਬਣਾਇਆ ਤੇ ਉਹਨਾਂ ਨੇ ਤੁਹਾਡੀ ਮਰਜ਼ੀ ਦਾ, ਪਰੰਤੂ ਜਿੰਨਾ ਚਿਰ ਤੁਸੀਂ ਛਕੋਗੇ ਨਹੀਂ ਆਪ, ਤੁਹਾਡੀ ਭੁੱਖ ਨਹੀਂ ਮਿਟੇਗੀ। ਇਸੇ ਤਰ੍ਹਾਂ ਆਤਮਿਕ ਭੁੱਖ ਜਿਹੜੀ ਹੈ ਉਹਦੇ ਲਈ ਆਪ ਨਾਮ ਜਪਣਾ ਬੜਾ ਜ਼ਰੂਰੀ ਹੈ। ਵੀਰਿੰਦਰਪ੍ਰੀਤ ਸਿੰਘ ਦਾ ਧੰਨਵਾਦ। ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਬਾਬਾ ਫਰੀਦ ਜੀ ਦਾ ਸ਼ਲੋਕ ਹੈ ਜਿਹਦੇ 'ਚ ਲਿਖਦੇ ਨੇ ਕਿ ਆਪ ਸਵਾਰਾ ਮੈਂ ਮਿਲਿਆ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸਵਾਲ ਕਰਤਾ ਪੁੱਛਦੇ ਨੇ ਜੀ ਇਹ ਜਿਹੜਾ ਲਫ਼ਜ਼ ਹੈ ਤੂੰ ਮੇਰਾ, ਇਹਦਾ ਕੀ ਭਾਵ ਹੈ? ਸਜਗੀਰ ਸਿੰਘ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਹ ਕੁੰਡੀ ਖੋਲਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 130 ਸ਼ਲੋਕ ਹਨ। ਇਹਨਾਂ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ 4 ਸ਼ਲੋਕ ਹਨ, ਗੁਰੂ ਅਮਰਦਾਸ ਜੀ ਦੇ 5 ਸ਼ਲੋਕ ਹਨ, ਗੁਰੂ ਰਾਮਦਾਸ ਜੀ ਦਾ 1 ਸ਼ਲੋਕ ਹੈ, ਗੁਰੂ ਅਰਜਨ ਦੇਵ ਜੀ ਦੇ 8 ਸ਼ਲੋਕ ਹਨ। ਇਸ ਤਰ੍ਹਾਂ 130 ਸ਼ਲੋਕਾਂ ਵਿੱਚੋਂ ਫਰੀਦ ਜੀ ਦੇ 112 ਸ਼ਲੋਕ ਹਨ, ਜੋ ਕਿ 5 ਭਾਗਾਂ ਵਿੱਚ ਵੰਡੇ ਹੋਏ ਹਨ। ਹਰੇਕ ਭਾਗ ਵਿੱਚ ਇੱਕੋ ਹੀ ਭਾਵ ਦੇ ਸ਼ਲੋਕ ਦਰਜ ਹਨ। ਸ਼ਲੋਕ ਨੰਬਰ 93 ਤੋਂ ਲੈ ਕੇ 130 ਤੱਕ 5ਵੇਂ ਭਾਗ ਵਿੱਚ ਆਉਂਦੇ ਹਨ। ਇਸ ਭਾਗ ਦੇ ਸ਼ਲੋਕਾਂ ਦਾ ਭਾਵ ਅਰਥ ਹੈ ਕਿ ਮਨੁੱਖ ਦੇ ਵੇਖਦਿਆਂ ਹੀ ਖਲਕਤ ਮੌਤ ਦਾ ਸ਼ਿਕਾਰ ਹੋ ਰਹੀ ਹੈ। ਬੰਦਾ ਨਦੀ ਦੇ ਕੰਢੇ ਰੁਖੜੇ ਵਾਂਗ ਹੈ, ਉਹ ਬਗਲੇ ਵਾਂਗ ਹੈ ਜਿਸ ਨੂੰ ਕੇਲ ਕਰੰਦੇ ਨੂੰ ਬਾਜ ਆ ਬੋਝਦਾ ਹੈ। ਇਹ ਸ਼ਲੋਕ ਅੱਗੇ ਹੈ ਜੀ। ਇਸ ਤਰ੍ਹਾਂ ਇਸ ਸ਼ਲੋਕ ਤੋਂ ਪਹਿਲਾਂ ਅਸੀਂ 2 ਸ਼ਲੋਕ ਹੋਰ ਵਿਚਾਰ ਕਰ ਲਈਏ। ਇੰਨੀ ਲੋਏ ਨਹੀਂ ਦੇਖਦਿਆਂ ਖੇਤੀ ਚੱਲ ਗਈ ਫਰੀਦਾ, ਲੋਕਾਂ ਆਪੋ ਆਪਣੀ ਮੈਂ ਆਪਣੀ ਪਈ। ਇਹਨਾਂ ਅੱਖਾਂ ਨਾਲ ਵੇਖਦਿਆਂ ਕਿਤਨੀ ਹੀ ਖਲਕਤ ਚਲੀ ਗਈ ਹੈ। ਹੇ ਫਰੀਦ, ਹਰੇਕ ਜੀਵ ਨੂੰ ਆਪੋ ਆਪਣਾ ਸਵਾਰਥ ਦਾ ਹੀ ਖਿਆਲ ਹੈ। ਭਾਵ ਹਰੇਕ ਦੁਨੀਆ ਵਾਲੀ ਧੁਨ ਵਿੱਚ ਹੈ, ਮਾਇਆ ਵਿੱਚ ਹੈ। ਮੈਨੂੰ ਵੀ ਆਪਣਾ ਹੀ ਫਿਕਰ ਪਿਆ ਹੋਇਆ ਹੈ। ਇਹ ਸਵਾਲ ਦੇ ਅਧੀਨ ਜਿਹੜਾ ਸ਼ਲੋਕ ਹੈਗਾ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪ ਮੈਨੇ ਆਪਣੇ ਆਪ ਨੂੰ, ਮੈਂ ਮੈਨੇ ਮੈਨੂੰ। ਮੈਨੂੰ ਦਾ ਮਤਲਬ ਹੈ ਭਾਵ ਪਰਮਾਤਮਾ ਨੂੰ ਜੀ। ਮੌਤ ਦੀ ਢਾਲ ਲੱਗੀ ਵੇਖ ਕੇ ਜਦੋਂ ਫਰੀਦ ਜੀ ਨੇ ਆਤਮਿਕ ਜੀਵਨ ਵੱਲ ਧਿਆਨ ਮਾਰਿਆ ਤਾਂ ਰੱਬ ਵੱਲੋਂ ਇਹ ਧੀਰਜ ਮਿਲੀ। ਮਤਲਬ ਇਹ ਫਰੀਦ ਜੀ ਦੇ ਤੇ ਪ੍ਰਮਾਤਮਾ ਦੇ ਆਪਸ ਵਿੱਚ ਵਿਚਾਰ ਹਨ। ਹੇ ਫਰੀਦ, ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ ਤਾਂ ਤੂੰ ਮੈਨੂੰ ਮਿਲ ਪਵੇਗਾ ਤੇ ਮੇਰੇ ਵਿੱਚ ਜੁੜਿਆ ਹੀ ਤੈਨੂੰ ਸੁੱਖ ਹੋਵੇਗਾ, ਦੁਨੀਆ ਦੇ ਪਦਾਰਥਾਂ ਵਿੱਚ ਨਹੀਂ। ਜੇ ਤੂੰ ਮੇਰਾ ਬਣ ਜਾਏ, ਸਭ ਦੁਨੀਆ ਵਾਲਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਵੇਂ ਤਾਂ ਸਭ ਜਗ ਤੇਰਾ ਬਣ ਜਾਏਗਾ। ਭਾਵ ਮਾਇਆ ਤੇਰੇ ਪਿੱਛੇ ਦੌੜੇਗੀ। ਆਪ ਸਵਾਰਿਆਂ ਦਾ ਮਤਲਬ ਹੈ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲ ਲੈਣਾ। ਮੇਰਾ ਹੋਏ ਰਹੇ, ਇਹ ਕਿਸਮ ਦਾ ਮੁਹਾਵਰਾ ਹੈਗਾ। ਇਹਦਾ ਭਾਵ ਹੈ ਮੇਰਾ ਭਾਵ ਪ੍ਰਭੂ ਦਾ ਸੇਵਕ ਬਣ ਜਾਵੇਂ, ਪ੍ਰਭੂ ਦੇ ਭਾਣੇ ਵਿੱਚ ਚੱਲੇ, ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਬਣਾ ਲਵੇ। ਇਤਨੀ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜਗੀਰ ਸਿੰਘ ਜੀ, ਆਪ ਜੀ ਨੇ ਇਸ ਸ਼ਲੋਕ ਬਾਰੇ ਸਾਨੂੰ ਗਿਆਨ ਦਿੱਤਾ। ਸੰਗਤ ਜੀ, ਬੇਨਤੀ ਕਰਦੇ ਹਾਂ ਕਿ ਜੇਕਰ ਅਸੀਂ ਆਪਣੇ ਵਿੱਚ ਪ੍ਰਭੂ ਵਾਲੇ ਗੁਣ ਪੈਦਾ ਕਰਨ ਦਾ ਯਤਨ ਕਰਾਂਗੇ ਤਾਂ ਜਿਹੜਾ ਵੀ ਕੰਮ ਅਸੀਂ ਸ਼ੁਰੂ ਕਰ ਲਈਏ ਇਹ ਨਹੀਂ ਵੀ ਨਹੀਂ ਹੁੰਦਾ, ਕੋਈ ਅਸੰਭਵ ਨਹੀਂ ਹੈ, ਸਮਾਂ ਲੱਗ ਸਕਦਾ, ਉਹਦੇ ਲਈ ਮਿਹਨਤ ਚਾਹੀਦੀ ਹੈ। ਤਾਂ ਵਾਹਿਗੁਰੂ ਦੇ ਜਿਹੜੇ ਗੁਣ ਨੇ ਆਪਾਂ ਜਿਹੜਾ
ਮੂਲ ਮੰਤਰ ਦਾ ਜਾਪ ਕਰਦੇ ਹਾਂ, ਉਹਦਾ ਮਤਲਬ ਇਹ ਹੈ ਕਿ ਅਸੀਂ ਵਾਹਿਗੁਰੂ ਵਾਲੇ ਗੁਣ ਆਪਣੇ 'ਚ ਪੈਦਾ ਕਰਨੇ ਨੇ ਤੇ ਵਾਹਿਗੁਰੂ ਨਾਲ ਅਭੇਦ ਹੋਣਾ। ਅਭੇਦ ਹੋਣ ਲਈ ਉਹਦੇ ਵਰਗਾ ਬਣਨਾ ਜ਼ਰੂਰੀ ਹੈ। ਸੋ ਇਸ ਕਰਕੇ ਇਸ ਸ਼ਲੋਕ ਵਿੱਚ ਵੀ ਬਾਬਾ ਫਰੀਦ ਜੀ ਨੇ ਦੱਸਿਆ ਔਰ ਵੀਰ ਜੀ ਨੇ ਸਾਨੂੰ ਡਿਟੇਲ ਦਿੱਤੀ ਹੈ। ਧੰਨਵਾਦ ਜੀ। ਤੋ ਸੰਗਤ ਜੀ, ਜਿਹੜਾ ਅਗਲਾ ਸਵਾਲ ਹੈ, ਇਹ ਕਿਉਂਕਿ ਇਤਿਹਾਸ ਬਾਰੇ ਜਿਸ ਵੇਲੇ ਗੱਲ ਚੱਲਦੀ ਹੈ, ਮੈਂ ਬੜੀ ਵਾਰੀ ਬੇਨਤੀ ਕਰਦਾ ਕਿ ਇਤਿਹਾਸ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਇੱਕ ਦੂਜੇ ਲਿਖਾਰੀ ਨਾਲ ਫਰਕ ਹੁੰਦਾ ਹੈ, ਨੰਬਰ 1। ਦੂਜਾ ਇਹ ਹੈ ਕਿਉਂਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਨਾਲ ਜੋੜ ਦਿੱਤੀਆਂ ਜਾਂਦੀਆਂ ਨੇ, ਪਤਾ ਨਹੀਂ ਕੰਨ ਰਸ ਕਰਕੇ ਜਾਂ ਕਿਸ ਤਰ੍ਹਾਂ ਕਰਕੇ। ਸਾਡੇ 'ਚ ਇੱਕ ਥੋੜੀ ਇਹ ਕਮਜ਼ੋਰੀ ਹੈ ਕਿ ਜਿਸ ਵੇਲੇ ਕੋਈ ਬੋਲਣ ਵਾਲਾ, ਖਾਸ ਕਰਕੇ ਕਥਾ ਕਰਨ ਵਾਲਾ ਹੋਵੇ, ਤੇ ਉਹ ਜੇ ਵਿੱਚ 2-4 ਕਹਾਣੀਆਂ ਸੁਣਾ ਦੇਵੇ ਨਾ, ਤੇ ਉਹਦੇ 'ਚ ਸਾਡਾ ਮਨ ਜ਼ਿਆਦਾ ਲੱਗਦਾ। ਤੇ ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਇਸ ਤੇ ਜਿਹੜਾ ਅੱਜ ਜਿਹੜਾ ਸਵਾਲ ਆਇਆ, ਉਹਦੇ 'ਚ ਇੰਝ ਲੱਗਦਾ ਕਿ ਇਹ ਕਹਿੰਦੇ ਨੇ, ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਗਦਾਦ ਵਿੱਚ ਜਿਸ ਵੇਲੇ ਆਪਣੀ ਬਗਦਾਦ ਦੀ ਫੇਰੀ ਤੇ ਗਏ ਸੀਗੇ, ਤਾਂ ਉੱਥੇ ਦਰਗਾਹ ਤੋਂ ਕੜਾਹ ਪ੍ਰਸ਼ਾਦ ਮੰਗਾ ਕੇ ਦਿੱਤਾ। ਇਹ ਬੜੇ ਮਤਲਬ ਵੀ ਰੋਚਕ ਤਰੀਕੇ ਨਾਲ ਕਹਾਣੀ ਸੁਣਾਈ ਜਾਂਦੀ ਹੈ। ਪਰ ਇਹਦੇ 'ਚ ਅਸਲੀਅਤ ਕੀ ਹੈ ਵੀ ਆਇਆ ਸੱਚਮੁੱਚ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਦਰਗਾਹ ਤੋਂ ਕੜਾਹ ਪ੍ਰਸ਼ਾਦ ਮੰਗਾਇਆ, ਔਰ ਉਹਦੀ ਜਿਹੜੀ ਹੈ ਉਹਨਾਂ ਦੇ ਕਹਿਣ ਅੰਦਰ ਕੜਾਹ ਪ੍ਰਸ਼ਾਦ ਦੀ ਪ੍ਰਾਰੰਭਤਾ ਜਿਹੜੀ ਉਹ ਇਸ ਜਗ੍ਹਾ ਤੋਂ ਹੋਈ, ਬਗਦਾਦ ਤੋਂ, ਤੇ ਗੁਰੂ ਨਾਨਕ ਸਾਹਿਬ ਜੀ ਨੇ ਦਰਗਾਹ ਤੋਂ ਕੜਾਹ ਪ੍ਰਸ਼ਾਦ ਮੰਗਾ ਕੇ ਸੰਗਤਾਂ ਨੂੰ ਛਕਾਇਆ। ਇਹਦੇ ਬਾਰੇ ਕੀ ਮਤਲਬ ਹੈ, ਗੁਰਮਤਿ ਵਿਚਾਰ ਕੀ ਨੇ? ਸਤਜਿੰਦਰ ਸਿੰਘ ਜੀ, ਆਪ ਜੀ ਨੂੰ ਬੇਨਤੀ ਹੈ, ਕਰੋ, ਅਨਮਿਊਟ ਕਰ ਲਓ। ਵੀਰ ਜੀ ਅਨਮਿਊਟ ਕਰ ਲਓ। ਤੇ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਅੱਜ ਦਾ ਜੋ ਸਵਾਲ ਹੈ ਉਹ ਇਹ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਗਦਾਦ ਦੀ ਫੇਰੀ ਵੇਲੇ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਸੀ ਤੇ ਉਸ ਨੂੰ ਵਰਤਾਇਆ ਸੀ। ਇਹੀ ਸਵਾਲ ਹੈ ਨਾ ਜੀ? ਤੇ ਇਸ ਬਾਰੇ ਆਓ ਆਪਾਂ ਵਿਚਾਰ ਕਰੀਏ। ਹਾਂਜੀ। ਇਹ ਪਹਿਲੀ ਤਾਂ ਗੱਲ ਇਹ ਹੈ ਕਿ ਜੋ ਗੁਰੂ ਸਾਹਿਬ ਦਾ ਉਦੇਸ਼ ਦੇਸ਼ ਵਿਦੇਸ਼ ਵਿੱਚ ਜਾਣ ਦਾ ਸੀ, ਉਹ ਇਹ ਸੀਗਾ ਕਿ ਉੱਥੇ ਜਾ ਕਰਕੇ ਗੁਰਮਤਿ ਦੀ ਜੋ ਵਿਚਾਰਧਾਰਾ ਉਹਨੂੰ ਸਾਰੇ ਸੰਸਾਰ ਦੇ ਵਿੱਚ ਫੈਲਾਉਣਾ ਸੀ। ਤੇ ਇਸੇ ਕਰਕੇ ਉਹਨਾਂ ਨੇ ਮਤਲਬ ਇੰਨਾ ਲੰਮਾ ਸਫ਼ਰ ਜਿਹੜਾ ਹੈ ਉਹ ਕੀਤਾ। ਤਾਂ ਉਸ ਸਫ਼ਰ ਦੌਰਾਨ ਜੋ ਵੀ ਸਵਾਲ ਉਹਨਾਂ ਰਸਤੇ 'ਚ ਪੀਰਾਂ ਫਕੀਰਾਂ ਨੇ ਕੀਤੇ, ਵਿਦਵਾਨਾਂ ਨੇ ਕੀਤੇ, ਬ੍ਰਾਹਮਣਾਂ ਨੇ, ਮੌਲਾਣਿਆਂ ਨੇ ਕੀਤੇ, ਸਿੱਧਾਂ ਨੇ, ਜੋਗੀਆਂ ਨੇ ਕੀਤੇ, ਉਹਨਾਂ ਸਾਰਿਆਂ ਦਾ ਜਵਾਬ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ। ਔਰ ਉਸ ਨੂੰ ਬਕਾਇਦਾ ਸਿੱਧਾਂ ਦੇ ਨਾਲ ਜੋ ਚਰਚਾ ਹੋਈ ਹੈ, ਉਸ ਨੂੰ ਸਿੱਧ ਕੋਸ਼ ਨਾਂ ਦੀ ਬਾਣੀ ਦੇ ਅੰਦਰ ਵੀ ਆਪ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਕਿਤ ਕੀਤਾ। ਤੋ ਇਥੋਂ ਸਾਨੂੰ ਇੱਕ ਸੇਧ ਮਿਲਦੀ ਹੈ ਕਿ ਜੋ ਗੁਰੂ ਨਾਨਕ ਪਾਤਸ਼ਾਹ ਦਾ ਪਰਪਸ ਦੇਸ਼ ਵਿਦੇਸ਼ਾਂ ਵਿੱਚ ਸਫ਼ਰ ਕਰਨ ਦਾ ਔਰ ਗੁਰਮਤਿ ਪ੍ਰਚਾਰ ਕਰਨਾ ਸੀ, ਇਸ ਤੋਂ ਇਲਾਵਾ ਕੋਈ ਹੋਰ ਜਿਹੜਾ ਹੈ ਉਹ ਪਰਪਸ ਉਹਨਾਂ ਦਾ ਨਹੀਂ ਸੀ। ਇਸੇ ਜੋ ਵਿਚਾਰਧਾਰਾ ਹੈ, ਇਸ ਨੂੰ ਚੌਥੇ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਦੇ ਵਿੱਚ 1116 ਅੰਕ ਦੇ ਉੱਪਰ ਸਾਨੂੰ ਇਹ ਗੱਲ ਸਮਝਾਈ ਹੈ। ਗੁਰੂ ਅਮਰਦਾਸ ਜੀ ਦੇ ਜੋ ਉਹਨਾਂ ਨੇ ਤੀਰਥ ਯਾਤਰਾ ਕੀਤੀਆਂ, ਕੁਰੂਖੇਤਰ ਗਏ, ਉਸ ਤੋਂ ਬਾਅਦ ਹਰਿਦੁਆਰ ਦੇ ਰਸਤੇ ਉਹ ਬਨਾਰਸ ਵੀ ਗਏ। ਤੋ ਇਹ ਸਾਰੇ ਜਗ੍ਹਾ ਦੇ ਉੱਪਰ ਜਾ ਕਰਕੇ ਗੰਗਾ ਜਮਨਾ ਦੇ ਇਲਾਕੇ ਅੰਦਰ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਕੀਤਾ ਤੇ ਕਾਫੀ ਜਿਹੜੇ ਸੰਗਤਾਂ ਸਨ ਉਹਨਾਂ ਦੇ ਪਿੱਛੇ ਜਿਹੜੀਆਂ ਲੱਗੀਆਂ ਤੇ ਉਹਨਾਂ ਦਾ ਪ੍ਰਚਾਰ ਦਾ ਅਸਰ ਉਹਨਾਂ ਹੋਇਆ। ਤੋ ਇਹ ਜਿਹੜੀ ਗੱਲ ਇਹ ਹੈ ਕਿ ਕੜਾਹ ਪ੍ਰਸ਼ਾਦ ਦੀ ਵੀ ਕੜਾਹ ਪ੍ਰਸ਼ਾਦ ਉੱਥੋਂ ਬਣਾਉਂਦਾ ਜਾਂ ਨਾ ਬਣਾਇਆ, ਇਸ ਗੱਲ ਦੇ ਬਾਰੇ ਆਪਾਂ ਥੋੜੀ ਜਿਹੀ ਅੱਗੇ ਇਸ ਨੂੰ ਵਿਚਾਰ ਨੂੰ ਤੋਰਦੇ ਹਾਂ। ਤੇ ਆਪਾਂ ਜੋ ਵਿਚਾਰ ਗੁਰੂ ਨਾਨਕ ਪਾਤਸ਼ਾਹ ਦੀ ਹੈ, ਉਸ ਵਿਚਾਰਧਾਰਾ ਨੂੰ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਾਂ ਨਾਲ ਹੀ ਗੱਲ ਸਮਝਣੀ ਹੈ ਕਿ ਜਿਸ ਵੇਲੇ ਬਗਦਾਦ ਵਿੱਚ ਗਏ ਹਨ, ਬਗਦਾਦ ਵਿੱਚ ਜਿਹੜਾ ਪੀਰ ਬਹਿਲੋਲ ਹੈ ਉਹਦੇ ਨਾਲ ਵੀ ਵਿਚਾਰ ਹੋਈ ਹੈ। ਪੀਰ ਬਹਿਲੋਲ ਦਾ ਜਿਹੜਾ ਟੋਂਬ ਹੈ ਉੱਥੇ, ਉਹਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦੇ ਉਸ ਉੱਥੇ ਫੇਰੀ ਦਾ ਜਿਹੜਾ ਹੈ ਜ਼ਿਕਰ ਹੈ। ਔਰ ਇਸ ਤੋਂ ਬਾਅਦ ਬਗਦਾਦ ਦੇ ਅੰਦਰ ਜਿਹੜਾ ਦਸਤਗੀਰ ਪੀਰ ਹੈ,
ਉਹਦੇ ਨਾਲ ਵੀ ਲੰਮੀ ਚੌੜੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਹੈ ਵਿਚਾਰ ਚਰਚਾ ਹੁੰਦੀ ਹੈ। ਤੇ ਉਹ ਉੱਥੇ ਉਹਨੂੰ ਇਹ ਸਵਾਲ ਪੁੱਛਦੇ ਹਨ ਕਿ ਆਪ ਜੀ ਦੇ ਜੋ ਹਿੰਦੂ ਧਰਮ ਦੇ ਵਿਚਾਰ ਹਨ, ਉਹਦੇ ਮੁਤਾਬਕ 3 ਜਿਹੜੇ ਹਨ ਉਹ ਲੋਕ ਹਨ, ਮਾਤ ਲੋਕ, ਆਕਾਸ਼ ਲੋਕ ਤੇ ਪਤਾਲ ਲੋਕ। ਤੇ ਬਾਕੀ ਜਿਹੜੇ ਹੋਰ ਕਿਤਾਬਾਂ ਹਨ ਉਹਨਾਂ ਦੇ ਅੰਦਰ ਵੀ 18 ਜਿਹੜੇ ਹਨ, ਜਿਹੜੇ ਤਬਕ ਜਿਹੜੇ ਹਨ ਜਾਂ ਲੋਕ ਜਿਹੜੇ ਹਨ ਉਹਦਾ ਜ਼ਿਕਰ ਹੁੰਦਾ ਹੈ। ਤੇ ਆਪ ਜੀ ਦਾ ਕੀ ਵਿਚਾਰ ਹੈ, ਇਹ ਸਵਾਲ ਜਿਹੜਾ ਹੈ ਉਹ ਦਸਤਗੀਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੀਤਾ ਜਦੋਂ 1510-11 ਵਿੱਚ ਆਪ ਜੀ ਗੁਰੂ ਨਾਨਕ ਪਾਤਸ਼ਾਹ ਜੀ ਬਗਦਾਦ ਵਿੱਚ ਗਏ। ਤਾਂ ਉਹ ਜੋ ਸਵਾਲ ਕੀਤਾ ਉਹਦਾ ਜਵਾਬ ਜਿਹੜਾ ਹੈ ਉਹ ਮੈਨੂੰ ਲੱਗਦਾ ਹੈ ਕਿ ਜਿਸ ਵੇਲੇ ਜਪ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਤਾਂ ਉਹਦੇ ਵਿੱਚ ਵੀ ਸਾਨੂੰ ਪੰਨਾ 2 ਦੇ ਉੱਪਰ ਜੋ 5ਵੀਂ ਜਿਹੜੀ ਹੈ ਉਹ ਪੌੜੀ ਦੇ ਅੰਦਰ ਸਾਨੂੰ ਦੱਸਦੇ ਹਨ ਕਿ ਪਾਤਾਲਾਂ ਪਤਾਲ ਲੱਖ ਆਗਾਸਾਂ ਆਗਾਸ। ਆਪ ਸਾਰੇ ਵੇਦ ਇੱਕ ਜ਼ਬਾਨ ਹੋ ਕੇ ਆਖਦੇ ਹਨ ਕਿ ਪਤਾਲਾਂ ਤੇ ਹੇਠ ਹੋਰ ਲੱਖਾਂ ਪਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ। ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਰ, ਬੇਅੰਤ ਰਿਸ਼ੀ ਮੁਨੀ ਇਹਨਾਂ ਦੇ ਅਖੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ ਪਰ ਉਹ ਲੱਭ ਨਹੀਂ ਸਕੇ। ਇਸ ਗੱਲ ਨੂੰ ਉਹ ਸਾਰੇ ਇੱਕ ਜ਼ਬਾਨ ਨਾਲ ਇਹ ਗੱਲ ਕਹਿੰਦੇ ਹਨ ਕਿ ਕਿੰਨੇ ਪਤਾਲ ਕਿੰਨੇ ਆਕਾਸ਼ ਹਨ, ਇਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇ ਫਿਰ ਉਹਨਾਂ ਨੇ ਕਿਤਾਬਾਂ ਦੀ ਗੱਲ ਕੀਤੀ ਕਿ ਸਹਿਸ 18 ਕਹਿਨ ਕਿਤਾਬਾਂ ਅਸਲੋ ਇਕਤਾਦ। ਸਹਿਸ ਦਾ ਮਤਲਬ ਹੈ 1000 ਸ਼ਾਸਤਰ। ਤੇ ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ ਕਿਤਾਬਾਂ ਆਖਦੀਆਂ ਹਨ ਕਿ ਕੁੱਲ 18,000 ਆਲਮ ਹਨ ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ। ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ ਹਜ਼ਾਰਾਂ ਤੇ ਲੱਖਾਂ ਵੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ ਹਨ। ਤੇ ਇਹ ਗੱਲ ਕਹਿਤੀ ਸਾਨੂੰ ਕਿ ਲੇਖਾ ਹੋਏ ਤਾਂ ਲਿਖੀਆ, ਲੇਖੇ ਹੋਏ ਵਿਨਾਸ਼। ਕਿ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਦੋਂ ਹੀ ਲਿਖ ਸਕੀਦਾ ਹੈ ਜੇ ਲੇਖਾ ਹੋ ਹੀ ਸਕੇ। ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ। ਲੇਖਾ ਕਰਦਿਆਂ ਲੇਖੇ ਦਾ ਹੀ ਖਾਤਮਾ ਹੋ ਜਾਂਦਾ ਹੈ, ਗਿਣਤੀ ਦੇ ਹਿੱਸੇ ਹੀ ਮੁੱਕ ਜਾਂਦੇ ਹਨ। ਨਾਨਕ ਵੱਡਾ ਆਖੀਐ ਆਪੇ ਜਾਣਿਆ। ਇਹ ਨਾਨਕ ਜਿਸ ਅਕਾਲ ਪੁਰਖ ਨੇ ਸਾਰੇ ਜਗਤ ਵਿੱਚ ਜਿਸ ਨੂੰ ਵੱਡਾ ਆਖਿਆ ਜਾਂਦਾ ਹੈ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ ਕਿ ਉਹ ਆਪਣੀ ਜਿਹੜੀ ਵਡਿਆਈ ਆਪ ਹੀ ਜਾਣਦਾ ਹੈ ਕਿ ਉਸ ਦੀ ਕਿਤਨੀ ਰਚਨਾ ਹੈ, ਕਿ ਉਸ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਕਾਰਨ ਕਹਤੇ ਬਿਲਾਏ ਤਾਂ ਕਿ ਅੰਤ ਨਾ ਪਾਇਆ ਜਾਏ। ਕਿ ਉਸ ਪਰਮਾਤਮਾ ਦੀ ਰਚਨਾ ਕੁਦਰਤ ਦੇ ਬਾਰੇ ਕੁਝ ਕਹਿਣਾ ਬੜਾ ਮੁਸ਼ਕਲ ਹੈ। ਜਿਹੜੇ ਉਹਨੂੰ ਲੱਭਣ ਦੀ ਕੋਸ਼ਿਸ਼ ਵੀ ਗਏ ਉਹ ਵੀ ਨਹੀਂ ਕਰ ਸਕੇ ਕਿ ਉਹਦੀ ਕਿੰਨੀ ਦਾਤ ਹੈ। ਉਹ ਕੋਈ ਵੀ ਜਿਹੜਾ ਲਿਖਣਹਾਰ ਹੈ ਕੀਤੀ ਦਾਤ ਜਾਣੇ ਕੌਣ ਕੂਤ, ਕੋਈ ਵੀ ਲਿਖਾਰੀ ਜਿਹੜਾ ਉਸ ਦੀ ਗਿਣਤੀ ਨਹੀਂ ਦੱਸ ਸਕਦਾ ਕਿ ਉਸ ਪਰਮਾਤਮਾ ਦੀ ਕਿੰਨੀ ਕੁ ਜਿਹੜੀ ਹੈ ਉਸ ਨੇ ਰਚਨਾ ਕੀਤੀ ਹੈ। ਤੋ ਇਹ ਵਿਚਾਰ ਉਹਨਾਂ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਸਤਗੀਰ ਪੀਰ ਨੂੰ ਸਮਝਾਏ ਤੇ ਦਸਤਗੀਰ ਇਸ ਗੱਲ ਤੋਂ ਜਿਹੜਾ ਹੈ ਉਹ ਬੜਾ ਮੁਤਾਸਰ ਹੋਇਆ ਤੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨੀ ਲਗਾ। ਤੋ ਇੱਥੋਂ ਅਸੀਂ ਦੇਖਦੇ ਹਾਂ ਕਿ ਕਈਆਂ ਨੇ ਇਸ ਗੱਲ ਬਾਰੇ ਵੀ ਇਹ ਵਿਚਾਰ ਦੱਸਿਆ ਕਿ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਕੜਾਹ ਪ੍ਰਸ਼ਾਦ ਉਹਨਾਂ ਨੇ ਵਰਤਾਇਆ ਤੇ ਕੜਾਹ ਪ੍ਰਸ਼ਾਦ ਧੁਰੋਂ ਪਤਾਲੋਂ ਫਿਰ ਕੜਾਹੀ ਲੈ ਕਰਕੇ ਤੇ ਉਹਦਾ ਵਰਣਨ ਕੀਤਾ। ਤੋ ਐਸਾ ਕੋਈ ਵੀ ਇਤਿਹਾਸ ਦੇ ਅੰਦਰ ਐਸਾ ਜ਼ਿਕਰ ਕਿਤੇ ਵੀ ਨਹੀਂ ਹੁੰਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਕੋਈ ਉੱਥੇ ਕਰਾਮਾਤ ਦਿਖਾਈ ਜਾਂ ਕੋਈ ਜਾਰੀ ਕਲਾ ਦਿਖਾਈ। ਤੋ ਐਸਾ ਕੋਈ ਇਤਿਹਾਸ ਵਿੱਚ ਮਿਲਦਾ ਨਹੀਂ, ਨਾ ਹੀ ਸਾਡੇ ਗੁਰੂ ਸਾਹਿਬਾਨ ਦਾ ਕੋਈ ਐਸੀ ਭਾਵਨਾ ਹੈ ਕਿ ਕਰਾਮਾਤ ਦਿਖਾ ਕੇ ਜਾਂ ਕਲਾ ਦਿਖਾ ਕੇ। ਗੁਰਮਤਿ ਦਾ ਵਿਚਾਰ ਤੇ ਹੈ ਕਿ ਕਰਾਮਾਤ ਕਹਿਰ ਦਾ ਨਾਂ ਹੈ। ਤੋ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਕੋਈ ਕਲਾ ਨਹੀਂ ਵਰਤਾਈ, ਨਾ ਹੀ ਕੋਈ ਐਸਾ ਜਿਹੜਾ ਹੈ ਉਹ ਧੁਰੋਂ ਪਤਾਰੋਂ ਕੜਾਹ ਪ੍ਰਸ਼ਾਦ ਬਣਾ ਕਰਕੇ ਤੇ ਸੰਗਤਾਂ ਨੂੰ ਚੁਕਾਇਆ। ਮੈਂ ਕੁਝ ਜਗ੍ਹਾ ਤੇ ਪੜ੍ਹਿਆ ਵੀ ਹੈ ਕਿ ਕਈਆਂ ਨੇ ਇਹ ਵੀ ਲਿਖਿਆ ਹੈ ਕਿ ਉਹ ਜਦੋਂ ਸਿੱਧਾਂ ਨਾਲ ਬਹਿਸ ਹੋਈ ਹੈ ਤੇ ਸਿੱਧਾਂ ਨੇ ਕਿਹਾ ਕਿ ਸਾਨੂੰ ਕੋਈ ਇਹ ਚੀਜ਼ ਖਵਾਓ ਕਿ ਜਿਹੜੀ ਦੰਦਾਂ ਨਾਲ ਨਾ ਖਾਣੀ ਪਵੇ ਤੇ ਜਲਦੀ ਹਜਮ ਹੋ ਜਾਏ। ਤੇ ਉਹਨਾਂ ਨੇ ਬਾਬਾ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਤੁਸੀਂ ਕੜਾਹ ਪ੍ਰਸ਼ਾਦ ਬਣਾ ਕੇ ਲਿਆਓ। ਤੇ ਉਹ ਕੜਾਹ ਪ੍ਰਸ਼ਾਦ ਬਣਾ ਕੇ ਉਹਨਾਂ ਨੇ ਛਕਾਇਆ ਤੇ ਸਿੱਧਾਂ ਦੀ ਨਿਸ਼ਾ ਹੋ ਗਈ। ਤੋ ਇਹ ਸਾਰੀਆਂ ਜਿਹੜੀਆਂ ਨੇ ਇਹ ਬੜੀਆਂ ਕਮਜ਼ੋਰ ਗੱਲਾਂ ਹਨ। ਪਰ ਅਸਲ ਵਿੱਚ ਇਹ ਹੈ ਕਿ ਸਿੱਖ ਧਰਮ ਦੇ ਅੰਦਰ ਇਹ ਕੜਾਹ ਪ੍ਰਸ਼ਾਦ ਸ਼ੁਰੂ ਤੋਂ ਹੀ ਤੁਰਿਆ ਹੁੰਦਾ ਹੈ। ਉਹ ਕਿਸੇ ਧੁਰੋਂ ਪਚਾਲੋਂ ਜਾ ਕੇ ਜਿਹੜੀ ਹੈ ਕੜਾਹੀ ਲਿਆ ਕੇ ਤਿਆਰ ਨਹੀਂ ਕੀਤਾ ਗਿਆ। ਤੋ ਆਸ ਹੈ ਜਿਹਨਾਂ ਸਵਾਲ ਕੀਤਾ ਹੋਵੇ ਉਹਨਾਂ ਨੂੰ ਇਸ ਦਾ ਜਵਾਬ ਮਿਲ ਗਿਆ ਹੋਵੇਗਾ। ਤੋ ਹੋਰ ਵੀ ਅਗਰ ਕਿਸੇ ਦਾ ਮਤ ਵਿਚਾਰ ਹੋਵੇ ਤਾਂ ਆਪ ਜੀ ਸਾਂਝਾ ਕਰ ਸਕਦੇ ਹੋ। ਤੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਤਜਿੰਦਰ ਸਿੰਘ ਨੇ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਦੱਸਿਆ ਕਿ ਇਹ ਇੱਕ ਨਿਰਮੂਲ ਕਹਾਣੀ। ਤੋ ਜਿਸ ਤਰ੍ਹਾਂ ਮੈਂ ਬੇਨਤੀ ਪਹਿਲੇ ਕੀਤੀ ਹੈ ਕਿ ਕਥਾਕਾਰ ਜਿਹੜੇ ਸਾਡੇ ਵਰਗੇ ਨੇ, ਇਹਨਾਂ 'ਚ ਇਹ ਕਮਜ਼ੋਰੀ ਹੈ ਕਿ ਕੰਨ ਰਸ ਪੈਦਾ ਕਰਕੇ ਸੰਗਤ ਨੂੰ, ਹਾਲਾਂਕਿ ਸਾਡਾ ਫਰਜ਼ ਤੇ ਬਣਦਾ ਹੈ ਕਿ ਅਸੀਂ ਗੁਰੂ ਦੀ ਗੱਲ ਜਿਹੜੀ ਹੈ, ਤਤ ਅਸਲੀਅਤ ਜਿਹੜੀ ਹੈ, ਉਹ ਸੰਗਤ ਦੇ ਸਾਹਮਣੇ ਰੱਖੀਏ ਬਿਨਾਂ ਕਿਸੇ ਹੋਰ। ਪਰੰਤੂ ਕਿਉਂ ਰੱਖਿਆ ਜਾਂਦਾ ਹੈ, ਕਈ ਕਾਰਨ ਹੋ ਸਕਦੇ ਨੇ। ਤੋ ਵੀਰ ਜੀ ਨੇ ਬੜਾ ਸਪਸ਼ਟ ਕਰ ਦਿੱਤਾ ਵੀ ਇਹ ਜਿਹੜੀਆਂ ਗੱਲਾਂ ਚਲਾਈਆਂ ਨੇ, ਚਾਹੇ ਯੋਗੀਆਂ ਨਾਲ ਗੱਲ ਹੋਵੇ, ਚਾਹੇ ਬਗਦਾਦ ਦੀ ਗੱਲ ਹੋਵੇ, ਵੀ ਗੁਰੂ ਸਾਹਿਬ ਨੇ ਕੜਾਹ ਪ੍ਰਸ਼ਾਦ ਬਣਾ ਕੇ ਉੱਥੇ ਵਰਤਾਇਆ ਜਾਂ ਮੰਗਵਾਇਆ, ਇਹ ਗੱਲਾਂ ਨਿਰਮੂਲ ਹਨ। ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਦੇਖੋ ਸੰਗਤ ਜੀ, ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ ਉਹਨਾਂ ਨੇ ਪ੍ਰਸ਼ਾਦ ਤਾਂ ਜ਼ਰੂਰ ਵੰਡਿਆ, ਪਰ ਉਹ ਪ੍ਰਸ਼ਾਦ ਵੰਡਿਆ ਕਿ ਕਿਸ ਤਰ੍ਹਾਂ, ਜਿਵੇਂ ਪਹਿਲੇ ਵੀਰਿੰਦਰਵੀਰ ਸਿੰਘ ਨੇ ਦੱਸਿਆ ਕਿ ਕਿਵੇਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੇ ਪਾ। ਸੱਚ ਤੇ ਚੱਲਣ ਦੀ ਜਿਹੜੀ ਸਿੱਖਿਆ, ਉਸ ਸਿੱਖਿਆ ਨੂੰ ਪ੍ਰਸ਼ਾਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀ ਲੋਕਾਈ ਨੂੰ ਦਿੱਤਾ, ਔਰ ਉਸ ਸਿੱਖਿਆ ਕਰਕੇ ਹੀ ਸੰਗਤ ਜੀ ਅਸੀਂ ਚੰਗੇ ਰਸਤੇ ਤੇ ਚੱਲ ਸਕਦੇ ਹਾਂ। ਤੇ ਅੱਜ ਵੀ ਜਿਹੜਾ ਸਿੱਖਿਆ ਨੂੰ ਪ੍ਰਸ਼ਾਦ ਹੈ ਉਹ ਤੇ ਹਰ ਵੇਲੇ ਸਾਡੇ ਨਾਲ ਹੈ, ਸਿਰਫ ਸਾਨੂੰ ਵਰਤਣ ਦੀ ਲੋੜ ਹੈ। ਤੇ ਆਓ ਸੰਗਤ ਜੀ, ਸਤਿਗੁਰੂ ਕਿਰਪਾ ਕਰਨ, ਅਸੀਂ ਗੁਰੂ ਦੀ ਸਿੱਖਿਆ ਤੇ ਚੱਲਾਂਗੇ, ਚੱਲਣ ਦੀ ਕੋਸ਼ਿਸ਼ ਕਰੀਏ। ਜਿਸ ਵੇਲੇ ਅਸੀਂ ਗੁਰੂ ਦੀ ਸਿੱਖਿਆ ਤੇ ਚੱਲਦੇ ਹਾਂ ਨਾ ਜੀ, ਗੁਰਬਾਣੀ ਸਮਝ ਆ ਜਾਂਦੀ ਹੈ। ਇਹੋ ਜਿਹੀਆਂ ਕਹਾਣੀਆਂ ਦਾ ਫਿਰ ਉੱਥੇ ਕੋਈ ਵਜ਼ਨ ਰਹਿ ਹੀ ਨਹੀਂ ਜਾਂਦਾ। ਤੋ ਆਓ ਆਪਾਂ ਕੋਸ਼ਿਸ਼ ਕਰੀਏ ਕਿ ਗੁਰਬਾਣੀ ਨੂੰ ਸਹੀ ਅਰਥਾਂ ਵਿੱਚ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ। ਤੇ ਜਿਸ ਵੇਲੇ ਜੀਵਨ 'ਚ ਲਾਗੂ ਹੋ ਜਾਏਗਾ, ਮੈਂ ਰਿਪੀਟ ਕਰ ਰਿਹਾ ਕਿ ਇਹੋ ਜਿਹੀਆਂ ਕਹਾਣੀਆਂ ਬੜੀਆਂ ਥੱਲੇ ਹੀ ਰਹਿ ਜਾਣ। ਸਤਿਗੁਰੂ ਕਿਰਪਾ ਕਰਨ, ਅਸੀਂ ਸੱਚ ਦੇ ਮਾਰਗ ਤੇ ਚੱਲੀਏ। ਹੋਕਾ ਤਾਂ ਜ਼ਰੂਰ ਦਿੰਦੇ ਹਾਂ, ਸਤਿਗੁਰੂ ਅੱਗੇ ਅਰਦਾਸ ਵੀ ਕਰੀਏ ਕਿ ਸਾਡਾ ਜੀਵਨ ਸਚਿਆਰ ਬਣੇ। ਧੰਨਵਾਦ ਵੀਰ ਤਜਿੰਦਰ ਸਿੰਘ ਜੀ। ਤੇ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਗੁਰਬਾਣੀ ਨਾਲ ਸੰਬੰਧਿਤ ਹੈ। ਤੇ ਆਨੰਦ ਸਾਹਿਬ ਦੀ ਬਾਣੀ ਵਿੱਚ ਇੱਕ ਪੈਰਾਗ੍ਰਾਫ ਜਿਹੜਾ ਆਉਂਦਾ ਹੈ ਕਿ ਕਰਮੀ ਸਹਿਜ ਨ ਉਪਜੈ, ਵਿਣ ਸਹਿਜੇ ਅਗੁਆ ਸੱਸਾ ਹਾਹਾ ਸੱਸੇ ਨੂੰ ਕਰਨਾ। ਸਵਾਲ ਕਰਤਾ ਨੇ ਪੁੱਛਿਆ ਵੀ ਇਹਦਾ ਉਚਾਰਨ ਕੀ ਹੈ, ਸਹਿਸਾ ਕਰਨਾ ਕਿ ਸਹਿਸਾ ਕਰਨਾ। ਆਇਆ ਸਹਿਸਾ ਤੇ ਸਹਿਸਾ, ਸਹਿਸ ਤੇ ਸਹਿਸ, ਇਹਨਾਂ ਨੂੰ ਉਚਾਰਨ ਕਰਨ ਤੋਂ ਪਹਿਲੇ ਨਾਲ ਸੋਚ ਇਹ ਵੀ ਪਤਾ ਦੱਸ ਦੇ ਕਿ ਉਹਨਾਂ ਵਿੱਚ ਕੋਈ ਅਰਥ ਭੇਦ ਵੀ ਹੈ ਦੋਨਾਂ ਦਾ। ਸਹਿਸਾ ਕਹਿਣ ਤੇ ਸਹਿਸਾ ਕਹਿਣ, ਸਹਿਸ ਕਹਿਣ ਤੇ ਸਹਿਸ ਹੋਈ ਕਹਿਣ। ਇਹ ਕਿਰਪਾ ਕਰਨਗੇ ਵੀਰ ਕਿੱਕਰ ਸਿੰਘ ਜੀ, ਇਹ ਤੇ ਚਾਨਣਾ ਪਾਉਣ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਵਾਲ ਕੀਤਾ ਗਿਆ ਹੈ ਗੁਰਬਾਣੀ ਦੇ ਉਚਾਰਨ ਬਾਰੇ, ਦਰਅਸਲ ਇਹ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 919 ਉੱਪਰ ਦਰਜ ਹੈ ਅਤੇ ਜਿਹੜੀ ਬਾਣੀ ਦੇ ਵਿੱਚੋਂ ਲਿਆ ਗਿਆ ਹੈ ਉਹ ਬੜੀ ਹੀ ਹਰਮਨ ਪਿਆਰੀ ਬਾਣੀ ਹੈ ਅਤੇ ਉਸ ਬਾਣੀ ਦਾ ਨਾਂ ਹੈ ਆਨੰਦ ਸਾਹਿਬ। ਅਤੇ ਇਹ ਇਸ ਬਾਣੀ ਦੀ 18ਵੀਂ ਪੌੜੀ ਆ। ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ ਜਾਂ ਗਮੀ ਹੋਵੇ, ਇਹ ਬਾਣੀ ਉਸ ਮਾਲਕ ਦੇ ਧੰਨਵਾਦ ਅਥਵਾ ਸ਼ੁਕਰਾਨੇ ਵਜੋਂ ਵਿਸ਼ੇਸ਼ ਤੌਰ ਤੇ ਗੁਰਮੁਖ ਪਿਆਰਿਆਂ ਵੱਲੋਂ ਪੜ੍ਹੀ ਜਾਣ ਵਾਲੀ ਬਾਣੀ ਆ। ਤੇ ਜਿਹੜਾ ਉਚਾਰਨ ਪੁੱਛਿਆ ਗਿਆ, ਪਹਿਲਾਂ ਆਪਾਂ ਉਹਦਾ ਪਾਠ ਕਰ ਲੈਂਦੇ ਹਾਂ ਜੀ। ਅਤੇ ਬਾਣੀ ਦਾ ਪਾਠ ਇਸ ਤਰ੍ਹਾਂ ਹੈ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸੈ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਵਜਾਏ। ਹੁਣ ਜਦੋਂ ਅਸੀਂ ਉਚਾਰਨ ਦੀ ਗੱਲ ਕਰਦੇ ਹਾਂ ਤਾਂ ਜ਼ਿਆਦਾਤਰ ਜਿਹੜੇ ਮਹਾਂਪੁਰਖ ਜਿਨ੍ਹਾਂ ਨੇ ਇਸ ਵਿਸ਼ੇ ਤੇ ਕੰਮ ਕੀਤਾ, ਗੁਰਬਾਣੀ ਅਰਥ ਭਾਵ ਜਾਂ ਉਚਾਰਨ ਤੇ, ਜ਼ਿਆਦਾ ਦਾ ਮਤ ਇਹੀ ਹੈ ਵੀ ਇਹਨੂੰ ਜਿਵੇਂ ਲਿਖਿਆ ਹੈ ਉਵੇਂ ਪੜ੍ਹਨਾ ਚਾਹੀਦਾ ਹੈ, ਭਾਵ ਸਹਿਸਾ ਹੀ ਪੜ੍ਹਨਾ ਚਾਹੀਦਾ ਹੈ। ਇਸ ਮਤ ਦੇ ਜਿਹੜੇ ਵਿਦਵਾਨ ਜਿਵੇਂ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ, ਗਿਆਨੀ ਹਰਬੰਸ ਸਿੰਘ ਜੀ ਪਟਿਆਲਾ ਵਾਲੇ, ਅਤੇ ਆਮ ਵੀ ਅਸੀਂ ਜਦੋਂ ਦੇਖਦੇ ਹਾਂ ਜਿਹੜੇ ਮਾਈ ਭਾਈ ਉਹ ਜ਼ਿਆਦਾ ਸਹਿਸਾ ਹੀ ਪੜ੍ਹਦੇ ਹਨ। ਅਤੇ ਇਹ ਵੀ ਇੱਕ ਨੋਟ ਕਰਨ ਵਾਲੀ ਗੱਲ ਹੈ, ਇਹ ਹਮੇਸ਼ਾ ਹੀ ਕੰਨੇ ਨਾਲ ਆਇਆ ਜਾਂ ਸੱਸੇ ਤੇ ਦੋ ਲਾਵਾਂ ਨਾਲ।
ਜਿਹੜਾ ਸਹਿਸਾ ਸ਼ਬਦ ਹੈ ਇਹ ਹਮੇਸ਼ਾ ਹੀ ਕੰਨੇ ਨਾਲ ਆਇਆ ਹੈ ਤੇ ਜਾਂ ਸਹਿਸ ਹੈ। ਤੇ ਲੇਕਿਨ ਇਹਦੇ ਵਿੱਚ ਜਿਹੜੇ ਥੋੜ੍ਹੇ ਜਿਹੇ ਮਤਭੇਦ ਰੱਖਣ ਵਾਲੇ ਆ, ਮੈਂ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ। ਧੰਨਾ ਸਿੰਘ ਰਿਟਾਇਰਡ ਕਮਿਸ਼ਨਰ ਪਟਿਆਲਾ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਜੀ, ਉਹ ਵੀ ਦੋਵੇਂ ਇੱਕ ਮਤ ਨਹੀਂ ਹਨ। ਭਾਵ ਧੰਨਾ ਸਿੰਘ ਜੀ ਹੋਰ ਉਚਾਰਨ ਦੱਸ ਰਹੇ ਹਨ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਵੀ ਉਚਾਰਨ ਉਹਨਾਂ ਨਾਲੋਂ ਅਲੱਗ ਦੱਸ ਰਹੇ ਹਨ। ਭਾਵ ਉਹਨਾਂ ਦੀ ਵੀ ਇਹ 'ਤੇ ਕੋਈ ਸਹਿਮਤੀ ਨਹੀਂ ਹੈ। ਸੋ ਆਪਾਂ ਇਹ ਕਹਿ ਸਕਦੇ ਹਾਂ ਵੀ ਕਿਸੇ ਇੱਕ ਦੇ ਕਰਕੇ ਇਹਦਾ ਉਚਾਰਨ ਆਪਾਂ ਨਹੀਂ ਬਦਲ ਸਕਦੇ। ਆਪਾਂ ਨੂੰ ਬਹੁਮਤ ਦਾ ਖਿਆਲ ਰੱਖਣਾ ਪੈਣਾ ਹੈ। ਤੇ ਆਮ ਜਿਹੜਾ ਇਹਦਾ ਉਚਾਰਨ ਪ੍ਰਚਲਿਤ ਅੱਜ ਕੱਲ੍ਹ ਚੱਲ ਰਿਹਾ ਹੈ ਉਹ ਵੀ ਸਹਿਸਾ ਹੀ ਹੈ। ਲੇਕਿਨ ਜਦੋਂ ਅਸੀਂ ਸਹਿਸ ਸ਼ਬਦ ਪੜ੍ਹਦੇ ਹਾਂ ਉਹ ਆਮ ਤੌਰ 'ਤੇ ਗਿਣਤੀ ਵਾਸਤੇ ਆਉਂਦਾ ਹਜ਼ਾਰਾਂ, ਤੇ ਇਹ ਮਤਲਬ ਦੋਨਾਂ ਦਾ ਆਵਿਧੀ ਫਰਕ ਹੈ, ਸਹਿਸ ਤੇ ਸਹਿਸਾ। ਸਹਿਸਾ ਮਨ ਦਾ ਡਰ, ਭੈ, ਦੁਬਦਾਪਨ, ਇਹ ਸਾਰੇ ਸਹਿਸਾ ਦੇ ਅਰਥ ਬਣਦੇ ਹਨ। ਸੋ ਆਪਾਂ ਹੁਣ ਇਹਦਾ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਬਿਲਕੁਲ ਜਿਹੜੀ ਇੱਕ ਪੌੜੀ ਹੈ ਆਨੰਦ ਸਾਹਿਬ ਦੀ, ਇਹਦਾ ਅਰਥ ਭਾਵ ਵੀ ਸਮਝ ਲਈਏ। ਕਰਮੀ ਸਹਿਜ ਨਾ ਉਪਜੈ, ਭਾਵ ਆਮ ਮਨੁੱਖ ਦੁਆਰਾ ਕੀਤੇ ਜਾ ਰਹੇ ਕਰਮਕਾਂਡ ਨਾਲ ਜਾਂ ਉਸ ਕਰਮਕਾਂਡ ਦੇ ਦੁਆਰਾ ਉਹਦੇ ਮਨ ਵਿੱਚ ਸਹਿਜ ਪੈਦਾ ਨਹੀਂ ਹੁੰਦਾ ਹੈ। ਸਹਿਜ ਦਾ ਅਰਥ ਹੈ ਜੀ ਮਨ ਦਾ ਟਿਕਾਓ, ਭਟਕਣਾ ਰਹਿਤ ਹੋ ਜਾਣਾ, ਕਿਸੇ ਕਿਸਮ ਦਾ ਡਰ ਨਾ ਰਹਿਣਾ। ਵਿਣ ਸਹਿਜੇ ਸਹਿਸਾ ਨਾ ਜਾਏ, ਜੇ ਮਨ ਦੇ ਵਿੱਚ ਸਹਿਜ ਪੈਦਾ ਨਹੀਂ ਹੁੰਦਾ ਤਾਂ ਇਹ ਜਿਹੜਾ ਮਨ ਦਾ ਡਰ ਬਣਿਆ ਰਹਿੰਦਾ, ਮਨ ਭਟਕਣਾ 'ਚ ਪਿਆ ਰਹਿੰਦਾ, ਇਹ ਸਹਿਸਾ ਜਾਂਦਾ ਨਹੀਂ ਹੈ। ਭਾਵ ਸਹਿਜ ਤੋਂ ਬਿਨਾਂ ਜਿਹੜਾ ਮਨ ਦਾ ਡਰ, ਭੈ ਜਾਂ ਮਨ ਦੀ ਦੁਬਿਧਾ ਆਦਤ ਜਾਂਦੀ ਨਹੀਂ ਆ, ਭਾਵ ਖਤਮ ਨਹੀਂ ਹੁੰਦੀ ਆ। ਦੂਜੀ ਵਾਰ ਫਿਰ ਗੁਰੂ ਸਾਹਿਬ ਇਸ ਗੱਲ ਨੂੰ ਹੋਰ ਜ਼ੋਰ ਦੇ ਕੇ ਦੁਹਰਾਉਂਦੇ ਹਨ ਕਿ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਈ। ਭਾਵ ਜੀਵ ਕਈ ਪ੍ਰਕਾਰ ਦੇ ਸੰਜਮ ਰੱਖਦਾ ਹੈ, ਕਈ ਪ੍ਰਕਾਰ ਦੇ ਕਰਮਕਾਂਡ ਵੀ ਕਰਦਾ ਹੈ, ਇਸ ਦੇ ਬਾਵਜੂਦ ਵੀ ਜਿਹੜੇ ਇਸ ਤਰ੍ਹਾਂ ਕੀਤਿਆਂ ਵੀ ਜੀਵ ਦੇ ਮਨ ਦਾ ਸੰਸਾ, ਡਰ ਜਾਂ ਭਰਮ ਆਦਿਕ ਖਤਮ ਨਹੀਂ ਹੁੰਦਾ ਹੈ। ਫਿਰ ਅੱਗੇ ਹੈ ਜੀ ਸਹਿਸੇ ਜੀਉ ਮਲੀਨ ਹੈ, ਸਹਿਸੇ ਦੇ ਕਾਰਨ ਜੀਵ ਦਾ ਮਨ ਮੈਲਾ ਹੋਇਆ ਰਹਿੰਦਾ ਹੈ। ਹੁਣ ਇੱਥੇ ਦੋਵੇਂ ਉਚਾਰਨ ਆ ਗਏ ਜੀ, ਸਹਿਸਾ ਵੀ ਆ ਗਿਆ, ਕੰਨੇ ਵਾਲਾ ਵੀ ਆ ਗਿਆ, ਤੇ ਸੱਸੇ ਤੇ ਦੋ ਲਾਵਾਂ ਵਾਲਾ ਵੀ ਆ ਗਿਆ। ਸਹਿਸੇ ਜੀਉ ਮਲੀਨ ਹੈ, ਸਹਿਸੇ ਦੇ ਕਾਰਨ ਜੀਵ ਦਾ ਮਨ ਮੈਲਾ ਹੋਇਆ ਰਹਿੰਦਾ ਹੈ। ਕਿਤ ਸੰਜਮ ਧੋਤਾ ਜਾਏ, ਜੇਕਰ ਜੀਵ ਦਾ ਮਨ ਮੈਲਾ ਹੋਇਆ ਰਹਿੰਦਾ ਤਾਂ ਵਿਚਾਰਨ ਵਾਲੀ ਗੱਲ ਹੈ, ਫਿਰ ਇਹ ਧੋਤਾ ਕਿਵੇਂ ਜਾ ਸਕਦਾ? ਤਾਂ ਮਨ ਨੂੰ ਧੋਣ ਲਈ ਜੀਵ ਨੂੰ ਕੀ ਕਰਨਾ ਚਾਹੀਦਾ ਹੈ? ਤੇ ਗੁਰੂ ਸਾਹਿਬ ਜੀ ਆਪ ਹੀ ਫਿਰ ਇਹਦਾ ਉੱਤਰ ਵੀ ਦਿੰਦੇ ਹਨ ਕਿ ਮਨ ਧੋਵੋ ਸ਼ਬਦ ਲਾਗੋ। ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ, ਸ਼ਬਦ ਦੇ ਵਿੱਚ ਆਪਣਾ ਮਨ ਲਾਓ, ਸ਼ਬਦ ਦੇ ਵਿੱਚ ਜੁੜੋ, ਤੇ ਇਸ ਤਰ੍ਹਾਂ ਤੁਸੀਂ ਆਪਣੇ ਮਨ ਨੂੰ ਧੋ ਸਕਦੇ ਹੋ। ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਇ। ਹਮੇਸ਼ਾ ਆਪਣਾ ਜਿਹੜਾ ਮਨ ਹੈ, ਆਪਣਾ ਧਿਆਨ ਹੈ, ਉਹ ਮਾਲਕ ਦੇ ਵਿੱਚ, ਪਰਮਾਤਮਾ ਦੇ ਵਿੱਚ ਲਾ ਕੇ ਰੱਖੋ। ਗੁਰੂ ਦੇ ਹੋਏ ਬਖਸ਼ੇ ਸ਼ਬਦ ਵਿੱਚ ਅਤੇ ਪਰਮਾਤਮਾ ਨਾਲ ਮਨ ਨੂੰ ਜੋੜ ਕੇ ਇਸ ਮਨ ਨੂੰ ਧੋਤਾ ਜਾ ਸਕਦਾ ਹੈ। ਕਹਿ ਨਾਨਕ ਤਕਰੀਬਨ 40 ਪੌੜੀਆਂ ਦੇ ਵਿੱਚੋਂ 39 ਪੌੜੀਆਂ ਦੇ ਵਿੱਚ ਨਾਨਕ ਦੇ ਕੱਕੇ ਨੂੰ ਔਂਕੜ ਆਇਆ। ਇਹ ਪਹਿਲੀ ਵਾਰੀ ਹੈ ਕਿ ਜਦੋਂ 39 ਪੌੜੀਆਂ ਦੇ ਵਿੱਚ ਲਗਾਤਾਰ ਨਾਨਕ ਕਰਤਾ ਕਾਰਕ ਦੇ ਤੌਰ ਤੇ ਆ ਰਹੇ ਹਨ। ਕਹਿ ਨਾਨਕ, ਸਾਰੀਆਂ ਪੌੜੀਆਂ ਦੇ ਵਿੱਚ ਨਾਨਕ ਕਹਿੰਦਾ ਹੈ, ਨਾਨਕ ਕਹਿੰਦਾ ਆਇਆ ਹੈ, ਭਾਵ ਆਖਰੀ ਪੌੜੀ ਦੇ ਵਿੱਚ ਨਹੀਂ ਆਇਆ। ਹੇ ਭਾਈ ਨਾਨਕ ਕਹਿੰਦਾ ਹੈ, ਭਾਵ ਨਾਨਕ ਜਦੋਂ ਅਸੀਂ ਕਹਿੰਦੇ ਹਾਂ ਜੀ ਕਹਿੰਦਾ ਹੈ, ਤਾਂ ਇਹ ਗੱਲ ਆਪਾਂ ਸਮਝ ਲੈਣੀ ਚਾਹੀਦੀ ਵੀ ਨਾਨਕ ਦੇਵ ਜੀ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਵਿਸ਼ੇਸ਼ ਤੌਰ ਤੇ, ਇਹ ਸਮਝਣ ਵਾਲੀ ਗੱਲ ਹੁੰਦੀ ਆ। ਕਹਿ ਨਾਨਕ, ਹੇ ਭਾਈ ਨਾਨਕ ਜੀ ਕਹਿੰਦੇ ਹਨ, ਭਾਵ ਉਪਦੇਸ਼ ਕਰਦੇ ਹਨ ਕਿ ਹੇ ਦੁਨੀਆ ਦੇ ਲੋਕੋ, ਗੁਰਪ੍ਰਸਾਦੀ ਸਹਿਜ ਉਪਜੈ, ਗੁਰੂ ਦੀ ਕਿਰਪਾ ਨਾਲ ਸਹਿਜ ਪੈਦਾ ਹੁੰਦਾ। ਭਾਵ ਇਹਦੇ ਵਿੱਚ ਵੀ ਸਾਡੀ ਕੋਈ ਆਪਣੀ ਚਤੁਰਾਈ ਜਾਂ ਸਿਆਣਪ ਨਹੀਂ ਹੈ। ਜੇ ਗੁਰੂ ਦੀ ਕਿਰਪਾ ਹੋਵੇ ਤਾਂ ਹੀ ਜਿਹੜਾ ਮਨ ਦਾ ਟਿਕਾਓ ਆਉਂਦਾ, ਮਨ ਦੀ ਭਟਕਣਾ ਖਤਮ ਹੁੰਦੀ ਹੈ, ਤੇ ਗੁਰੂ ਦੀ ਕਿਰਪਾ ਨਾਲ ਸਹਿਜ ਪੈਦਾ ਹੁੰਦਾ ਹੈ।
ਜੇ ਸਹਿਜ ਪੈਦਾ ਹੋ ਜਾਂਦਾ ਤਾਂ ਫਿਰ ਕੀ ਹੁੰਦਾ ਕਿ ਜੀ ਇਹ ਸਹਿਜਤਾ ਇਵਜ ਹੈ। ਜੇ ਮਨ ਦੇ ਵਿੱਚ ਸਹਿਜ ਪੈਦਾ ਹੋ ਜਾਂਦਾ ਹੈ ਕਿ ਜਿਹੜਾ ਸਹਿਜਤਾ ਮਨ ਦਾ ਡਰ ਹੈ, ਭੈ, ਦੁਬਿਧਾਪਨ, ਇਹ ਸਾਰਾ ਖਤਮ ਹੋ ਜਾਂਦਾ ਹੈ, ਭਾਵ ਚਲਾ ਜਾਂਦਾ ਹੈ। ਸੋ ਸੰਖੇਪ ਵਿੱਚ ਇਹੀ ਕਹਿ ਸਕਦੇ ਹਾਂ ਕਿ ਜੋ ਉਚਾਰਨ ਪ੍ਰਚਲਿਤ ਹੈ ਸਹਿਜਤਾ ਜਾਂ ਸਹਿਜ ਹੈ, ਉਹੀ ਪੜ੍ਹਨਾ ਚਾਹੀਦਾ ਹੈ। ਤੇ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਨਿੱਜੀ ਵਿਚਾਰ ਵੀ ਦਿੰਦਾ ਹੈ ਵੀ ਜਿਵੇਂ ਧੰਨਾ ਸਿੰਘ ਰਿਟਾਇਰਡ ਕਮਿਸ਼ਨਰ ਨੇ ਲਿਖਿਆ, ਉਹ ਤਾਂ ਬਿਲਕੁਲ ਹੀ ਗਲਤ ਹੈ ਨਾ। ਸਹਿੰਸਾ, ਹਾਏ ਨੂੰ ਝਾਰੀ ਉੱਤੇ ਟਿੱਪੀ ਲਾ ਕੇ ਸੱਸੇ ਨੂੰ ਕੰਨਾ ਮੂਹਰੇ ਉਹ ਉਚਾਰਨ ਤਾਂ ਬਿਲਕੁਲ ਹੀ ਠੀਕ ਨਹੀਂ ਹੈ। ਲੇਕਿਨ ਜੋ ਗਿਆਨੀ ਜਗਤਾਰ ਸਿੰਘ ਜੀ ਨੇ ਉਹ ਵੀ ਵਾਜਬ ਨਹੀਂ ਹੈ, ਨਾ ਪ੍ਰਚਲਿਤ ਹੈ। ਜੇਕਰ ਅਸੀਂ ਉਹ ਉਚਾਰਨ ਕਰੀਏ ਜਾਚਕ ਵਾਲਾ, ਤਾਂ ਮੈਨੂੰ ਲੱਗਦਾ ਹੈ ਵੀ ਸ਼ਾਇਦ ਸੁਣਨ ਵਾਲੇ ਦੇ ਵੀ ਪੱਲੇ ਕੁਛ ਨਹੀਂ ਪਵੇਗਾ। ਸੋ ਇਹ ਸ਼ਬਦ ਪ੍ਰਚਲਿਤ ਸਹਿਜਤਾ ਹੀ ਹੈ। ਜਦ ਤੱਕ ਕੋਈ ਬਹੁ ਗਿਣਤੀ ਇਹਦੇ ਬਾਰੇ ਆਪਣੇ ਸੁਝਾਅ ਨਹੀਂ ਆਉਂਦੇ ਤਾਂ ਸਾਨੂੰ ਇਹ ਸਹਿਜਤਾ ਹੀ ਉਚਾਰਨ ਕਰਨਾ ਚਾਹੀਦਾ। ਸੋ ਅਗਰ ਇਹਦੇ ਬਾਰੇ ਹੋਰ ਵੀ ਕੋਈ ਕਿਸੇ ਦਾ ਆਪਣਾ ਵਿਚਾਰ ਹੋ ਸਕਦਾ ਤਾਂ ਉਹ ਦੇ ਸਕਦੇ ਹਨ। ਸੋ ਸਮੂਹ ਵਿਚਾਰ ਕਰਦੇ ਹਾਂ, ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ। ਖਿਮਾ ਦੇ ਜਾਚਕ ਹਾਂ ਜੀ। ਅਖੀਰ ਵਿੱਚ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਕਿੱਕਰ ਸਿੰਘ ਜੀ। ਤੋ ਸੰਗਤ ਜੀ, ਉਚਾਰਨ ਬਾਰੇ ਪ੍ਰੋਨਾਊਂਸੀਏਸ਼ਨ ਜਿਹੜੀ ਹੈ, ਪੰਕਚੁਏਸ਼ਨ ਹੈ, ਬੜਾ ਜ਼ਰੂਰੀ ਹੈ। ਧਿਆਨ ਦੇਈਏ, ਜਿੰਨਾ ਸਮਾਂ ਲੱਗ ਕੇ ਠੀਕ ਸਾਨੂੰ ਸਟੱਡੀ ਕਰਨੀ ਚਾਹੀਦੀ ਹੈ। ਇਸ ਪਲੇਟਫਾਰਮ ਤੇ ਇੱਕ ਤੋਂ ਜ਼ਿਆਦਾ ਵਾਰੀ ਇਹ ਵੀ ਡਿਸਕਸ ਹੋ ਚੁੱਕਾ, ਜਿਵੇਂ ਜੱਜੇ ਨੂੰ ਕਰਨਾ ਤੇ ਤੱਤੇ ਨੂੰ ਕਰਨਾ ਹੁੰਦਾ, ਕਿਤੇ ਜਾਂ ਬੋਲਣਾ, ਕਿਤੇ ਜਾ, ਕਿਤੇ ਤਾਂ, ਕਿਤੇ ਤਾ। ਪਰੰਤੂ ਅਸੀਂ ਪੜ੍ਹਨ ਵਿੱਚ ਜਿਸ ਨਾਲ ਸੁਣਦੇ ਹਾਂ, ਅੱਜ ਕੱਲ੍ਹ ਤੇ ਰਿਕਾਰਡਿੰਗ ਬਹੁਤ ਆਉਂਦੀਆਂ ਨੇ, ਤਾਂ ਸਭ ਕੁਝ ਰਲਗੜ ਕੀਤਾ ਹੈ। ਤੋ ਇਹ ਜਿਹੜੀਆਂ ਗੱਲਾਂ ਨੇ ਬਿਲਕੁਲ ਧਿਆਨ ਰੱਖੀਏ। ਜਾ ਕਿੱਥੇ ਪੜ੍ਹਨਾ ਤੇ ਜਾਂ ਕਿੱਥੇ ਪੜ੍ਹਨਾ, ਤਾਂ ਕਿੱਥੇ ਪੜ੍ਹਨਾ, ਤਾਂ ਕਿੱਥੇ ਪੜ੍ਹਨਾ। ਇਸੇ ਤਰ੍ਹਾਂ ਜਿਹੜਾ ਅੱਜ ਦਾ ਸਵਾਲ ਸੀਗਾ, ਉਹਦੇ 'ਚ ਉਚਾਰਨ ਬਾਰੇ ਵੀਰ ਜੀ ਨੇ ਸਾਨੂੰ ਦੱਸਦਾ। ਤੇ ਜਿੱਥੇ ਉਚਾਰਨ ਦੀ ਗੱਲ ਹੋਈ, ਇੱਥੇ ਸੰਗਤ ਜੀ ਜਿਹੜੀ ਗੱਲ ਇਹਨਾਂ ਨੇ ਦੱਸੀ, ਇੱਕ ਗੱਲ ਜ਼ਰੂਰ ਹੋਰ ਨੋਟ ਕਰਨ ਵਾਲੀ ਹੈ ਕਿ ਕਰਮ ਕਾਂਡਾਂ ਨਾਲ ਕਦੇ ਵੀ ਮਨ ਦਾ ਟਿਕਾਓ ਨਹੀਂ ਮਿਲੇਗਾ। ਮਨ ਦਾ ਟਿਕਾਓ ਮਿਲੇਗਾ ਤੇ ਗੁਰੂ ਦੀ ਕਿਰਪਾ ਨਾਲ, ਭਾਵ ਉਹਦੇ ਸ਼ਬਦ ਨੂੰ ਅਪਣਾਉਣ ਕਰਕੇ ਮਿਲੇਗਾ। ਵਰਨਾ ਜਿਹੜੇ ਕਰਮ ਕਾਂਡ 'ਚ ਦੁਨੀਆ ਪਈ ਹੈ, ਉਹਦੇ ਨਾਲ ਮਨ ਦਾ ਸ਼ੰਕਾ, ਮਨ ਦਾ ਸਹਿਸਾ ਕਦੀ ਵੀ ਦੂਰ ਨਹੀਂ ਹੋ ਸਕਦਾ। ਇਹ ਆਪਾਂ ਨੋਟ ਕਰਨ। ਇੱਕ ਵਾਰੀ ਫੇਰ ਵੀਰ ਜੀ ਦਾ ਧੰਨਵਾਦ ਹੈ। ਅਗਲਾ ਸਵਾਲ ਗੁਰਬਾਣੀ ਨਾਲ ਸੰਬੰਧਿਤ ਹੈ। ਤੇ ਅੱਜ ਕੱਲ੍ਹ ਕਿਉਂਕਿ ਹੁਣ ਮਾਰਚ ਦਾ ਮਹੀਨਾ ਆ ਗਿਆ ਤੇ ਹੋਲੀਆਂ ਦਾ ਤਿਉਹਾਰ ਜਿਹੜਾ ਸ਼ੁਰੂ ਹੈ। ਹਾਲਾਂਕਿ ਹੋਲੀ ਦਾ ਸਾਡੇ ਨਾਲ ਕੋਈ ਬਹੁਤਾ ਮਤਲਬ ਨਹੀਂ ਹੈਗਾ, ਪਰ ਸਾਡੇ ਗੱਲ ਤੇ ਬੜੀ ਤਗੜੀ ਪੈ ਗਈ ਹੈ। ਤੇ ਸਵਾਲਕਰਤਾ ਨੇ ਜਿਹੜਾ ਸਵਾਲ ਕੀਤਾ, ਉਹ ਵੀ ਕਈ ਵਾਰ ਹੁੰਦਾ ਨਾ, ਜੋ ਤੇ ਮੌਸਮ ਚੱਲ ਰਿਹਾ ਹੋਵੇ, ਮਨ 'ਚ ਉਹ ਖਿਆਲ ਆਉਂਦੇ, ਚੰਗੀ ਗੱਲ ਹੋਣੇ ਚਾਹੀਦੇ ਨੇ। ਕਿਉਂਕਿ ਅੱਜ ਕੱਲ੍ਹ ਇਹ ਸ਼ਬਦ ਵੀ ਜਿਹੜਾ ਅਕਸਰ ਗਾਇਨ ਕੀਤਾ ਅਸੀਂ ਸੁਣਦੇ ਹਾਂ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾਤ ਲਾਲ ਦੇ। ਤੋ ਸਵਾਲਕਰਤਾ ਨੇ ਪੁੱਛਿਆ ਵੀ ਇਹਦੇ ਅਰਥ ਕੀ ਨੇ, ਹੋਲੀ ਕੀਨੀ ਸੰਤ ਸੇਵ, ਕਿਸ ਹੋਲੀ ਦੀ ਗੱਲ ਹੈ? ਉੱਤਰ ਦੇਣਗੇ ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਸ਼ਬਦ ਦੇ ਬਾਰੇ ਸਵਾਲ ਹੈ, ਉਹ ਬਸੰਤ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1180 ਦੇ ਉੱਪਰ ਸੁਸ਼ੋਭਿਤ ਹੈ। ਇੱਕ ਸੈਕਿੰਡ ਮੈਨੂੰ ਸਮਾਂ ਦੇਣਾ, ਮੈਂ ਜਰਾ ਕੋਸ਼ਿਸ਼ ਕਰ ਰਿਹਾ ਸਕਰੀਨ ਸ਼ੇਅਰ ਕਰਨ ਦੀ। ਤੋ ਗੁਰੂ ਅਰਜਨ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ, ਬਸੰਤ ਮਹਿਲਾ ਪੰਜਵਾਂ, ਘਰ ਪਹਿਲਾ ਦੁੱਤ ਕੇ। इस शब्द की जो राव की पंक्ति है वो है, आज हमारा गृह बसंत गुण गाए प्रभ तुम बेअंत। उस तो बाद जाके दूसरे पद के अंदर जो ये लफज आते हैं, आज हमारा बने फाग प्रभ संगी मिल खेलन लाग, होली कीनी संत सेव रंग लागा अत लाल थे। आप सारी संगत जो क्लासा ਨੂੰ ਅਟੈਂਡ ਕਰਦੇ ਹੋ, ਆਪ ਸਾਰੇ ਜਾਣਦੇ ਹੀ ਹੋ ਕਿ ਰਾਹ ਦਾ ਪਦਾ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਅਤੇ ਗਾਇਨ ਕਰਨ ਵਾਲਿਆਂ ਨੂੰ ਵੀ ਇਹ ਹਦਾਇਤ ਹੁੰਦੀ ਹੈ ਕਿ ਰਾਹ ਦੇ ਪਦੇ ਨੂੰ ਹੀ ਸ਼ਬਦ ਦੀ ਅਸਥਾਈ ਬਣਾਉਣਾ ਹੁੰਦਾ, ਟੇਕ ਬਣਾਉਣੀ ਹੁੰਦੀ ਹੈ ਗਾਇਨ ਦੀ।
ਪਰ ਕੀਰਤਨ ਕਰਨ ਵਾਲੇ ਲੋਕੀ ਆਪਣੀ ਮਨਮਰਜ਼ੀ ਦੇ ਨਾਲ ਇਹ ਦੇਖ ਕੇ ਕਿ ਵੀ ਚਲੋ ਹੋਲੀਆਂ ਦੇ ਦਿਨ ਨੇ, ਤਾਂ ਉਹ ਇਹ ਦੂਸਰੇ ਪਦੇ ਦੀ ਇਸ ਲਾਈਨ ਹੋਲੀ ਕੀਨੀ ਸੰਤ ਸੇਵ ਨੂੰ ਹੀ ਸਥਾਈ ਬਣਾ ਕੇ ਤੇ ਸ਼ਬਦ ਦਾ ਗਾਇਨ ਆਮ ਤੌਰ ਤੇ ਕਰਦੇ ਨੇ, ਖਾਸ ਤੌਰ ਤੇ ਹੋਲੀਆਂ ਦੇ ਨੇੜੇ ਜਦੋਂ ਦਿਨ ਅੱਜ ਕੱਲ੍ਹ ਵਾਲੇ ਦਿਨ ਆ ਗਏ ਨੇ। ਬਸੰਤ ਰਾਗ ਦੇ ਸ਼ਬਦਾਂ ਦਾ ਗਾਇਨ ਤਾਂ ਵੈਸੇ ਵੀ ਇਹ ਸਾਰੇ ਮਰਜ਼ਾਦਾ ਬਣੀ ਹੋਈ ਹੈ ਕਿ ਜੋ ਲੋਹੜੀ ਦੀ ਰਾਤ ਤੋਂ ਸ਼ੁਰੂ ਕਰਦੇ ਹਨ ਤੇ ਹੋਲੀ ਵਾਲੇ ਦਿਨ ਤੱਕ ਹਰ ਰਾਗੀ ਇਹ ਕੋਸ਼ਿਸ਼ ਕਰਦਾ ਹੈ ਕਿ ਆਪਣੀ ਕੀਰਤਨ ਦੇ ਦੌਰਾਨ ਬਸੰਤ ਰਾਗ ਦੇ ਸ਼ਬਦਾਂ ਦਾ ਗਾਇਨ ਜ਼ਰੂਰ ਕਰਦਾ ਹੈ ਔਰ ਬਸੰਤ ਦੀ ਵਾਰ ਦਾ ਵੀ ਗਾਇਨ ਉਹਦੇ ਵਿੱਚ ਕੀਤਾ ਜਾਂਦਾ ਹੈ। ਖੈਰ, ਸਵਾਲ ਵਾਲਾ ਜੋ ਸ਼ਬਦ ਹੈ, ਪਹਿਲਾਂ ਇਸੇ ਅਸੀਂ ਰਾਹੋ ਦੇ ਪਦੇ ਦੇ ਅਰਥ ਸਮਝ ਲੈਂਦੇ ਹਾਂ, ਫਿਰ ਬਾਕੀ ਦੀ ਗੱਲ ਤੋਂ ਅੱਗੇ ਕਰਦੇ ਹਾਂ। ਗੁਰੂ ਸਾਹਿਬ ਫਰਮਾ ਰਹੇ ਹਨ ਕਿ आज हमारे गृह बसंत गुण गाए प्रभु तुम बेअंत। हमारे गृह तो भाव की है मेरे हृदय रूपी घर ਵਿੱਚ। ਗ੍ਰਹਿ ਦਾ ਅਰਥ ਹੁੰਦਾ ਘਰ, ਪਰ ਜੋ ਇੱਥੇ ਗੱਲ ਗੁਰੂ ਸਾਹਿਬ ਗੱਲ ਕਰ ਰਹੇ ਹਨ ਉਹ ਹਿਰਦੇ ਰੂਪੀ ਘਰ ਦੀ ਗੱਲ ਕਰ ਰਹੇ ਹਨ। ਤੇ ਉਹ ਕਹਿ ਰਹੇ ਹਨ ਕਿ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਬਸੰਤ ਰੁੱਤ ਪ੍ਰਗਟ ਹੋਈ ਹੋਈ ਹੈ। ਕਿਉਂ, ਕਦੋਂ ਤੋਂ ਔਰ ਕਿਵੇਂ ਹੋਈ ਹੈ? ਗੁਣ ਗਾਏ ਪ੍ਰਭ ਤੁਮ ਬੇਅੰਤ। ਇਹ ਬੇਅੰਤ ਪ੍ਰਭੂ, ਜਦੋਂ ਤੋਂ ਮੈਂ ਤੇਰੀ ਸਿਫਤ ਸਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਤੇਰੀ ਸਿਫਤ ਸਲਾਹ ਕਰਨੀ ਸ਼ੁਰੂ ਕੀਤੀ ਹੈ, ਤਾਂ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਐਸਾ ਆਤਮਕ ਆਨੰਦ ਬਣ ਗਿਆ ਹੈ, ਮਾਨੋ ਮੇਰਾ ਹਿਰਦਾ ਇਸ ਤਰ੍ਹਾਂ ਖਿੜ ਗਿਆ ਹੈ ਜਿਵੇਂ ਬਸੰਤ ਰੁੱਤ ਦੇ ਵਿੱਚ ਸਾਰੀ ਵਨਸਪਤੀ, ਸਾਰੀ ਦੁਨੀਆ ਦੇ ਵਿੱਚ ਖਿੜਾ ਦੇ ਮਾਹੌਲ ਹੁੰਦਾ ਹੈ। ਇਹ ਤਾਂ ਆਪ ਸਾਰੇ ਜਾਣਦੇ ਹੀ ਹੋ ਕਿ ਬਸੰਤ ਰੁੱਤ ਦੇ ਵਿੱਚ ਸਾਰੇ ਫੁੱਲ ਫਲ ਬਨਸਪਤੀ ਸਾਰੇ ਆਪਣੇ ਪੂਰੇ ਜੋਬਨ ਵਿੱਚ ਖਿੜਾ ਵਿੱਚ ਹੁੰਦੇ ਹਨ। ਜਿੰਨੇ ਵੀ ਬਾਗ ਨੇ, ਜਿੰਨੇ ਵੀ ਹੋਰ ਇਸ ਤਰ੍ਹਾਂ ਦੇ ਫੁੱਲਾਂ ਦੇ ਖਾਸ ਗਾਰਡਨ ਬਣਾਏ ਜਾਂਦੇ ਹਨ, ਉਹਨਾਂ ਵਿੱਚ ਲੋਕ ਕਿਸੇ ਰੁੱਤ ਦੇ ਵਿੱਚ ਹੀ ਜ਼ਿਆਦਾ ਜਾਣਾ ਪਸੰਦ ਕਰਦੇ ਹਨ ਕਿਉਂਕਿ ਫੁੱਲ ਸਾਰੇ ਖਿੜੇ ਹੋਏ ਹੁੰਦੇ ਹਨ। ਇਸੇ ਰੁੱਤ ਦੇ ਅੰਦਰ ਹੀ ਇਹ ਜੋ ਫੱਗਣ ਦੇ ਮਹੀਨੇ ਦਾ ਤਿਉਹਾਰ ਹੈ, ਹੋਲੀ ਦਾ ਤਿਉਹਾਰ, ਇਹ ਵੀ ਸੈਲੀਬ੍ਰੇਟ ਕੀਤਾ ਜਾਂਦਾ ਹੈ। ਇਹਦੇ ਪਿੱਛੇ ਜੋ ਕਹਾਣੀ ਹੈ ਉਹ ਇੱਥੇ ਕਲਾਸ ਵਿੱਚ ਅੱਗੇ ਵੀ ਕਈ ਵਾਰੀ ਵਰਣਨ ਹੋ ਚੁੱਕਾ ਹੈ। ਭਗਤ ਪ੍ਰਹਿਲਾਦ ਦੇ ਨਾਲ ਉਹਦੀ ਗੱਲ ਜੋੜੀ ਜਾਂਦੀ ਹੈ ਤੇ ਨਾਲ ਇਹ ਵੀ ਗੱਲ ਉੱਥੇ ਸਮਝਾਈ ਜਾਂਦੀ ਹੈ ਕਿ ਜਦੋਂ ਹੋਲਿਕਾ ਸੜ ਗਈ ਤੇ ਪ੍ਰਹਿਲਾਦ ਬਚ ਗਿਆ, ਤਾਂ ਜਿਹੜੇ ਕਹੇ ਜਾਂਦੇ ਦੇਵੀ ਦੇਵਤੇ ਸੀਗੇ ਉਹਨਾਂ ਨੇ ਤੇ ਫੁੱਲਾਂ ਦੀ ਵਰਸ਼ਾ ਕੀਤੀ, ਤੇ ਜਿਹੜੇ ਰਾਖਸ਼ ਸੀਗੇ, ਜਿਹੜੇ ਹਰਨਾਕਸ਼ ਦੇ ਫਾਲੋਅਰ ਸੀਗੇ, ਉਹਨਾਂ ਨੇ ਮਿੱਟੀ ਇਕੱਠਾ ਖੇ ਸਵਾਹ ਉਡਾਈ ਆਪਣੇ ਉੱਤੇ ਪਾਈ। ਇਹ ਜਿਹੜਾ ਇੱਕ ਦੂਜੇ ਉੱਤੇ ਗੰਦ ਸੁੱਟਣ ਵਾਲਾ ਕੰਮ ਹੈ, ਇਹ ਉਹਨਾਂ ਦੇ ਆਪਣੇ ਪੁਰਾਣੇ ਕਥਾ ਦੇ ਮੁਤਾਬਕ ਵੀ ਇਹ ਰਾਖਸ਼ਾਂ ਦੀ ਬਿਰਤੀ ਵਾਲੇ ਲੋਕਾਂ ਨੇ ਕੀਤਾ ਕਿ ਇੱਕ ਦੂਜੇ ਦੇ ਉੱਤੇ ਗੰਦ ਸੁੱਟਿਆ ਤੇ ਮਿੱਟੀ ਸਵਾਹ ਸੁੱਟੀ ਦੁਖੀ ਹੋ ਕੇ ਕਿ ਵੀ ਹੋਲਿਕਾ ਮਰ ਗਈ। ਤੇ ਜਿਹੜੇ ਖੁਸ਼ ਹੋਏ ਦੇਵਤਿਆਂ ਨੇ ਉਹਨਾਂ ਨੇ ਕੇਵਲ ਫੁੱਲਾਂ ਦੀ ਵਰਸ਼ਾ ਕੀਤੀ। तो अजकल जिवें जी होली मनाई जाती है, जो लोग होली खेडते हैं, वो तुसीं आप ही अंदाजा लगा सकते हो कि किन्हां लोकां नूं फॉलो करके वो करते हैं, अगर जी उस पुराने कहानी नूं ही मन लिया जाए। पर गुरबाणी के अंदर उस कहानी का कोई तलक नहीं है। वो सिर्फ गल करते हैं कि फग्गन के महीने में ये होली का त्यौहार मनाया जाता है, जिन्हों मनाना शुरू किया गया प्रहलाद की जित के संदर्भ में, ਤੇ ਇਸ ਖੁਸ਼ੀ ਵਿੱਚ ਕਿ ਬਈ ਉਹ ਪ੍ਰਹਿਲਾਦ ਨੂੰ ਪ੍ਰਭੂ ਨੇ ਬਚਾ ਲਿਆ ਤੇ ਹੋਲਿਕਾ ਜਿਹੜੀ ਹੈ ਮਾਰਨ ਵਾਸਤੇ ਜਿਹੜੀ ਪ੍ਰਹਿਲਾਦ ਨੂੰ ਲੈ ਕੇ ਆਪਣੀ ਗੋਦ ਵਿੱਚ ਬੈਠੀ ਸੀ, ਉਸਦਾ ਨਾਸ਼ ਹੋ ਗਿਆ। तो इस संदर्भ ਵਿੱਚ ਇਹਨੂੰ ਖੁਸ਼ੀ ਦਾ ਤਿਉਹਾਰ ਮੰਨਿਆ ਜਾਂਦਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਜਦ ਤੋਂ ਮੈਂ ਪ੍ਰਭੂ ਦੀ ਸਿਫਤ ਸਲਾਹ ਗਾਣੀ ਸ਼ੁਰੂ ਕੀਤੀ ਹੈ, ਮੇਰੇ ਹਿਰਦੇ ਦੇ ਵਿੱਚ ਆਤਮਕ ਆਨੰਦ ਬਣਿਆ ਰਹਿੰਦਾ ਹੈ ਤੇ ਮਾਨੋ मेरे अंदर एक बसंत रुत का खिड़ा प्रगट हो जाता है। तो शब्द है जो शुरुआती बंद है, गुर सेवों का नमस्कार, आज हमारे मंगलचार, आज हमारे महाआनंद चिंत लथी पेटे गोबिंद। ਇਹਦਾ ਭਾਵ यही है कि प्रभु की सिफत सलाह की बरकत नाल मेरा प्रभु के नाल गोबिंद के नाल मिलाप हो गया है ਤੇ मेरी हरेक चिंता दूर हो गई है। ਹੁਣ मेरे हृदय में आनंद ही आनंद है, खुशियां ही खुशियां हैं। ਤੇ ਇਸ ਕਰਕੇ मैं गुरु ਨੂੰ नमस्कार कर, गुर सेवो कर नमस्कार, नमस्कार करके मैं गुरु की सेवा
ਭਾਵ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹਾਂ। ਮੇਰੇ ਅੰਦਰ ਮੰਗਲਚਾਰ ਖੁਸ਼ੀ ਦਾ ਮਾਹੌਲ ਹੈ, ਮਹਾ ਆਨੰਦ ਹੈ। ਮੇਰੀਆਂ ਸਾਰੀਆਂ ਚਿੰਤਾਵਾਂ ਲੱਥ ਗਈਆਂ ਹਨ, ਕਿਉਂਕਿ ਮੇਰਾ ਮਿਲਾਪ ਗੋਬਿੰਦ ਜੀ ਪ੍ਰਭੂ ਜੀ ਦੇ ਨਾਲ ਹੋ ਗਿਆ। ਹੁਣ ਦੂਜੇ ਪਦੇ ਵਿੱਚ ਗੁਰੂ ਸਾਹਿਬ ਇਸੇ ਹੀ ਰੌਂ ਦੇ ਵਿੱਚ ਇਸੇ ਹੀ ਸਬਜੈਕਟ ਦੇ ਉੱਤੇ ਗੱਲ ਕਰਦਿਆਂ ਕਹਿੰਦੇ ਹਨ ਕਿ ਆਜ ਹਮਾਰੇ ਬਣੇ ਫਾਗ। ਫਾਗ ਦਾ ਮਤਲਬ ਫੱਗਣ ਦਾ ਮਹੀਨਾ, ਫੱਗਣ ਦਾ ਤਿਉਹਾਰ। ਹੋਲੀ ਦੇ ਤਿਉਹਾਰ ਨੂੰ ਕੁਝ ਰੂਰਲ ਇਲਾਕਿਆਂ ਦੇ ਵਿੱਚ, ਪੇਂਡੂ ਇਲਾਕਿਆਂ ਦੇ ਵਿੱਚ ਇਹਨੂੰ ਫਾਗ ਵੀ ਕਿਹਾ ਜਾਂਦਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਦੀ ਸਿਫਤ ਸਲਾਹ ਦੀ ਬਰਕਤ ਨਾਲ ਮੇਰੇ ਅੰਦਰ ਮਾਨੋ ਇਹ ਜੋ ਖੁਸ਼ੀ ਵਾਲਾ ਤਿਉਹਾਰ ਹੈ, ਫੱਗਣ ਦੀ ਹੋਲੀ ਹੈ, ਉਹ ਬਣ ਗਿਆ ਹੈ। ਪਰ ਇਹ ਕਿਹੋ ਜਿਹੀ ਹੋਲੀ ਹੈ? आज हमारे बने फाग प्रभ संगी मिल खेलन लाल। प्रभु दे संत जन सत्संगी जड़े ਹਨ ਉਹ ਮਿਲ ਕੇ ਇਹ ਪ੍ਰਭੂ ਦੀ ਵਡਿਆਈ ਦੀ ਸਿਫਤ ਸਲਾਹ ਦੀ ਹੋਲੀ ਖੇਡ ਰਹੇ ਹਨ। ਥੋੜਾ ਜਿਹਾ ਹੁਣ ਧਿਆਨ ਦੇਣ ਦੀ ਲੋੜ ਹੈ ਕਿ ਇਹ ਕਿਸ ਅਲੰਕਾਰਿਕ ਰੂਪ ਦੇ ਅੰਦਰ ਗੱਲ ਹੋ ਰਹੀ ਹੈ। ਹੋਲੀ ਕੀਨੀ ਸੰਤ ਸੇ, ਪਰ ਇਹ ਹੋਲੀ ਕਿਹੋ ਜਿਹੀ ਹੈ? ਇਹ ਕਿਸ ਤਰ੍ਹਾਂ ਦੀ ਹੋਲੀ ਖੇਡ ਰਹੇ ਹਨ ਜਿਹੜੇ ਪ੍ਰਭ ਸੰਗੀ ਮਿਲ ਖੇਲਣ ਲਾਲ? ਉਹ ਜਿਹੜੀ ਹੋਲੀ ਖੇਡ ਰਹੇ ਹਨ, ਭਾਈ ਇਹ ਕਿਹੋ ਜਿਹੀ ਹੋਲੀ ਹੈ? ਇਹ ਸੰਤ ਜਿਨ੍ਹਾਂ ਦੀ ਸੇਵਾ ਹੈ, ਇਸੇ ਨੂੰ ਹੀ ਮੈਂ ਹੋਲੀ ਬਣਾਇਆ ਹੈ। ਤੇ ਸੰਤ ਜਿਨ੍ਹਾਂ ਦੀ ਸੇਵਾ ਕੀ ਹੁੰਦੀ ਹੈ? ਸੰਤ ਜਿਨ੍ਹਾਂ ਦੀ ਸੰਗਤ, ਉਹਨਾਂ ਦੇ ਨਾਲ ਕੀਤੇ ਹੋਏ ਗੁਨਾਹ ਦੀ, ਪ੍ਰਭੂ ਦੀ ਸਿਫਤ ਸਲਾਹ ਦੀ ਵਿਚਾਰ, ਉਹਦੇ ਤੋਂ ਜੋ ਪ੍ਰੇਰਨਾ ਲੈ ਕੇ ਪ੍ਰਭੂ ਦੇ ਨਾਮ ਦੇ ਨਾਲ ਜੁੜਿਆ ਜਾਂਦਾ ਹੈ, ਪ੍ਰਭੂ ਦੇ ਨਾਲ ਪਿਆਰ ਪਾਇਆ ਜਾਂਦਾ ਹੈ, ਇਹ ਸੰਤ ਦੀ ਸੇਵਾ ਹੈ। ਜਿੱਥੇ ਕਿਤੇ ਵੀ ਗੁਰਬਾਣੀ ਦੇ ਅੰਦਰ ਗੁਰੂ ਸੇਵਾ ਦੀ ਗੱਲ, ਪ੍ਰਭੂ ਦੇ ਸੇਵਨ ਦੀ ਗੱਲ ਆਉਂਦੀ ਹੈ, ਉਹਦਾ ਭਾਵ ਹੁੰਦਾ ਹੈ ਉਹਦੇ ਹੁਕਮ ਨੂੰ ਮੰਨਣਾ, ਉਹਦੇ ਅਨੁਸਾਰ ਜੀਵਨ ਨੂੰ ਚਲਾਣਾ। तो इत्थे भी है होली कीनी संत सेव, संत जिन्हां दी सेवा ਨੂੰ मैं अपनी होली बनाया है। भाव जो संतां दी संगत विचों मैनूं प्रभु दी सिफत सलाह वाला गुण, नाम सिमरन वाला गुण मिलदा है, ਉਹਨੂੰ अपना के ही ये मैं अपने अंदर दी जिहड़ी होली है ਉਹ ਪ੍ਰਭ ਸੰਗੀਆਂ ਦੇ ਨਾਲ ਮਿਲ ਕੇ ਅਸੀਂ ਖੇਡ ਰਹੇ ਹਾਂ। ਉਹਦੇ ਨਾਲ ਫਿਰ ਹੁੰਦਾ ਕੀ ਹੈ? ਰੰਗ ਲਾਗਾ ਅਤ ਲਾਲ ਦੇਵ, ਪ੍ਰਭੂ ਦੇ ਪਿਆਰ ਦਾ ਗੂੜਾ ਆਤਮਿਕ ਰੰਗ ਫਿਰ ਮੈਨੂੰ ਚੜ ਜਾਂਦਾ ਹੈ। ਰੰਗ ਲੱਗਣ ਦਾ ਭਾਵ ਹੁੰਦਾ ਹੈ ਪਿਆਰ ਦਾ ਸੰਬੰਧ ਬਣ ਜਾਣਾ, ਪ੍ਰਭੂ ਦੇ ਨਾਲ ਪਿਆਰ ਪੈ ਜਾਣਾ। ਤੇ ਅਤ ਲਾਲ ਤੋਂ ਭਾਵ ਹੋ ਜਾਂਦਾ ਹੈ ਚੰਗਾ ਗੂੜਾ। ਪ੍ਰਭੂ ਪਿਆਰ ਦਾ ਇਹ ਗੂੜਾ ਰੰਗ ਜਿਹੜਾ ਹੈ ਉਹ ਚੜ ਜਾਂਦਾ ਹੈ। ਇਹ ਇਸ ਦਾ ਭਾਵ ਅਰਥ ਹੈ। ਬਾਕੀ ਅਗਲਾ ਜੋ ਸ਼ਬਦ ਹੈ ਉਹਦੇ ਪਦਿਆਂ ਦੇ ਅੰਦਰ ਵੀ ਇਸੇ ਸੰਦਰਭ ਵਿੱਚ ਗੱਲ ਕੀਤੀ ਗਈ ਹੈ। ਮਨ ਤਨ ਮੌਲਿਓ ਅਤ ਅਨੂਪ, ਸੁੱਕੇ ਨਾਹੀ ਛਾਂ ਧੂਪ, ਸਗਲੀ ਰੂਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ। ਕਿ ਭਾਈ ਇਸ ਪ੍ਰਭੂ ਦੇ ਗੁਣ ਗਾਨ ਦੀ ਬਰਕਤ ਦੇ ਸਦਕਾ ਮੇਰਾ ਮਨ ਤਨ ਮੌਲਿਓ ਮੌਲ ਗਿਆ ਹੈ, ਖਿੜ ਗਿਆ ਹੈ। ਅਤ ਅਨੂਪ, ਇਹ ਐਸਾ ਸੋਹਣਾ ਮਨ ਮੇਰਾ ਖਿੜ ਗਿਆ ਹੈ, ਬਹੁਤ ਸੋਹਣਾ ਖਿੜ ਗਿਆ ਹੈ ਕਿ ਸੁੱਕੇ ਨਾਹੀ ਛਾਂ ਧੂਪ। ਜ਼ਿੰਦਗੀ ਦੇ ਵਿੱਚ ਭਾਵੇਂ ਛਾਂ ਹੋਵੇ, ਧੁੱਪ ਆਵੇ, ਭਾਵ ਖੁਸ਼ੀ ਦਾ ਮੌਕਾ ਹੋਵੇ, ਗਮੀ ਦਾ ਮੌਕਾ ਹੋਵੇ, ਇਸ ਨੂੰ ਕੋਈ ਘਬਰਾਹਟ, ਕੋਈ ਦੁਖੀ ਤਕਲੀਫ ਨਹੀਂ ਹੁੰਦੀ। ਇਹ ਆਤਮਕ ਖਿੜਾਅ ਦੀ ਅਵਸਥਾ ਕਦੀ ਹਟਦੀ ਨਹੀਂ ਹੈ, ਸੁੱਕਦੀ ਨਹੀਂ ਹੈ। ਇਹ ਐਸਾ ਖਿੜਾਅ ਹੈ ਜਿਹੜਾ ਹਰ ਵੇਲੇ ਤਰੋ ਤਾਜ਼ਾ ਰਹਿੰਦਾ ਹੈ। ਸੁੱਕੇ ਨਾਹੀ ਛਾਂ ਧੂਪ, ਸਗਲੀ ਰੁੱਤੀ ਹਰਿਆ ਹੋਵੇ, ਹਰ ਰੁੱਤ ਵਿੱਚ, ਭਾਵ ਹਰ ਹਾਲ ਵਿੱਚ, ਜਿਸ ਹਾਲ ਵਿੱਚ ਹੀ ਪ੍ਰਭੂ ਰੱਖਦਾ ਹੈ, ਹਰ ਸਮੇਂ ਸਗਲੀ ਰੁੱਤੀ, ਸਾਰੀਆਂ ਰੁੱਤਾਂ, ਮੇਰੀ ਬਸੰਤ ਰੁੱਤ ਚ ਨਹੀਂ, ਸਗਲੀ ਰੁੱਤੀ ਹਰਿਆ ਹੋਏ। ਇਹ ਸਾਰੇ ਸਮੇਂ, ਜੀਵਨ ਦੇ ਹਰ ਸਮੇਂ ਇਹ ਹਰਿਆ ਭਰਿਆ ਖਿੜਿਆ ਰਹਿੰਦਾ ਹੈ। ਸਦ ਬਸੰਤ ਗੁਰ ਮਿਲੇ ਦੇਵ। तो मेरे मन के अंदर सदीवी बसंत जिहड़ी है वो बनी रहिंदी है। तो समय की रुत कोई भी होवे, चाहे गर्मी होवे, बरसात होवे, सर्दी होवे, मेरे हृदय रूपी घर के अंदर हमेशा ही बसंत का खिड़ाव बनिया रहिंदा है। और अंतले पद च कहंदे कि बिरख जम्यो है पार जात, तूड़ लगे फल रतन भांत, त्रिपदा गाने हर गुना गाए, जन नानक हर 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 ध्याए। तो सारे शब्द के अंदर प्रभु के गुणगान, प्रभु का नाम जपन, उस दियां बख्शिशां, उहदियां वडियाइयां दी गल की गई है। कि प्रभु के सिफत सलाह की बरकत के नाल मेरे अंदर मानो सारियां मनोकामना पूरियां करने वाला वो पारजात का रुख प्रगट हो गया है, जिन्हों कीमती फुल ते फल लगे हुए हैं। हे नानक, उस प्रभु का नाम सिमर के प्रभु के जिहड़े भगत हैं ਉਹ ਤ੍ਰਿਪਤ ਗਾਣੇ ਹੋ ਜਾਂਦੇ ਹਨ, ਉਹਦੇ ਗੁਣ ਗਾ ਗਾ ਕੇ ਰੱਜ ਜਾਂਦੇ ਹਨ। ਉਹਨਾਂ ਦੇ ਮਨ ਦੇ ਅੰਦਰ ਕੋਈ ਕਾਮਨਾ ਤ੍ਰਿਸ਼ਨਾ ਬਚਦੀ ਨਹੀਂ ਹੈ। ਇਸੇ ਕਰਕੇ ਹੀ ਉਹ ਸਾਨੂੰ ਵੀ ਪ੍ਰੇਰਨਾ ਕਰਦੇ ਹਨ ਕਿ ਜਨ ਨਾਨਕ ਹਰ 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 ਧਿਆਏ। तो जो सारे शब्द का जो उपदेश है वो प्रभु की सिफत सलाह के नाल जुड़न का
ਔਰ ਉਹਦੀ ਬਰਕਤ ਦੇ ਨਾਲ ਮਨ ਦੇ ਅੰਦਰ ਜੋ ਆਨੰਦ ਔਰ ਖਿੜਾਅ ਦੀ ਅਵਸਥਾ ਬਣਦੀ ਹੈ ਉਸ ਨੂੰ ਸਮਝਾਇਆ ਗਿਆ ਹੈ। ਤੇ ਹੋਲੀ ਦਾ ਜੋ ਜ਼ਿਕਰ ਕੀਤਾ ਗਿਆ ਹੈ ਉਹ ਕੀਤਾ ਗਿਆ ਇਸ ਸੰਦਰਭ ਵਿੱਚ ਕਿ ਸਾਡੀ ਹੋਲੀ, ਸਾਡਾ ਇਹ ਜਿਹੜਾ ਖੁਸ਼ੀ ਹੈ ਇਹ ਸੰਤ ਸੇਵ ਹੈ, ਭਾਵ ਜਿਹਦੇ ਵਿੱਚ ਸਤਸੰਗਤ ਕੀਤੀ ਜਾਂਦੀ ਹੈ, ਸੰਤਾਂ ਦੇ ਨਾਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ, ਪ੍ਰਭੂ ਦੇ ਨਾਲ ਪਿਆਰ ਪਾਉਣ ਦਾ ਜੋ ਆਹਰ ਕੀਤਾ ਜਾਂਦਾ ਹੈ, ਇਹ ਸਾਡੀ ਹੋਲੀ ਹੈ। तो स्पष्ट गल है कि ਜਿਹੜੀ ਦੁਨਿਆਵੀ ਹੋਲੀ ਲੋਕ ਖੇਡਦੇ ਹਨ ਉਹਦੀ ਇਸ ਸ਼ਬਦ ਦੇ ਅੰਦਰ ਕੋਈ ਗੱਲ ਹੈ ਹੀ ਨਹੀਂ। तो पर ਹਾਲਤ ਕੀ ਬਣੀ ਪਈ ਹੈ ਕਿ ਸਾਡੇ ਬੜੇ ਜਿਹੜੇ ਵੱਡੇ ਵੱਡੇ ਧਾਰਮਿਕ ਸਥਾਨ ਨੇ, ਗੁਰਦੁਆਰਾ ਸਾਹਿਬ ਨੇ, ਤਖਤ ਸਾਹਿਬ ਨੇ, ਉਹਨਾਂ ਸਥਾਨਾਂ ਦੇ ਉੱਤੇ ਵੀ ਗੁਰਦੁਆਰਿਆਂ ਦੀ ਸਟੇਜਾਂ ਦੇ ਉੱਤੋਂ ਇਸ ਹੋਲੀ ਨੂੰ ਜੋੜ ਦਿੱਤਾ ਜਾਂਦਾ ਹੈ ਦੁਨਿਆਵੀ ਹੋਲੀ ਦੇ ਨਾਲ, ਇਸ ਸ਼ਬਦ ਨੂੰ। ਅਤੇ ਜਿਹੜਾ ਰੰਗ ਜਿਹੜੇ ਨੇ ਕੱਚੇ ਰੰਗ, ਗੁਲਾਲ ਵਰਗੇ ਜਾਂ ਦੂਜੇ ਤੀਜੇ ਹੋਰ ਜਿਹੜੇ ਰੰਗ ਪਾ ਕੇ ਮੂੰਹ ਸਿਰ ਆਪਣਾ ਲੋਕੀ ਵਿਗਾੜ ਲੈਂਦੇ ਨੇ, ਉਹ ਰੰਗ ਗੁਰਦੁਆਰਿਆਂ ਦੇ ਅੰਦਰ ਵੀ ਸੰਗਤ ਦੇ ਉੱਤੇ ਪਾ ਦਿੱਤੇ ਜਾਂਦੇ ਨੇ। ਹਜ਼ੂਰ ਸਾਹਿਬ ਤਾਂ ਇਹ ਕੰਮ ਕਈ ਦਹਾਕਿਆਂ ਤੋਂ, ਬਲਕਿ ਬਹੁਤ ਹੀ ਲੰਮੇ, ਮੈਨੂੰ ਆਪਣੇ ਬਚਪਨ ਦਾ ਯਾਦ ਜਦੋਂ ਮੈਂ ਹਜ਼ੂਰ ਸਾਹਿਬ ਗਿਆ ਸੀ ਤੇ ਮੈਨੂੰ ਇਹ ਲੱਗਿਆ ਕਿ ਵੀ ਉੱਥੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਪ੍ਰਸ਼ਾਦ ਵਰਤਾਇਆ ਜਾ ਰਿਹਾ, ਤੇ ਪਤਾ ਤਾਂ ਲੱਗਾ ਜੀ ਉਹ ਮੇਰੇ ਸਿਰ 'ਚ ਆ ਕੇ ਰੰਗ ਪਾ ਗਿਆ। ਤੇ ਉਹ ਫਿਰ ਅਗਲੇ ਦਿਨ ਤੋਂ ਤੇ ਅਸੀਂ ਕੋਸ਼ਿਸ਼ ਕੀਤੀ ਕਿ ਬਈ ਉਸ ਵੇਲੇ ਤੋਂ ਪਹਿਲਾਂ ਹੀ ਉੱਠ ਕੇ ਬਾਹਰ ਆ ਜਾਈਏ। ਤੋ ਇਹ ਉੱਥੇ ਤਾਂ ਰੰਗ ਦੀ ਜਿਹੜੀ ਇਹ ਯਾਦਾਂ ਬੜੇ ਚਿਰਾਂ ਤੋਂ ਚੱਲਦੀ ਆ ਰਹੀ ਹੈ। ਹੋਰ ਵੀ ਕਈ ਇਤਿਹਾਸਕ ਗੁਰਦੁਆਰਿਆਂ ਦੇ ਅੰਦਰ ਵੀ ਇਹ ਚੀਜ਼ ਸੁਣਨ ਨੂੰ ਮਿਲੀ ਹੈ ਕਿ ਉਹ ਸਟੇਜ ਤੋਂ ਹੀ ਇਹ ਰੰਗ ਇੱਕ ਦੂਜੇ ਨੂੰ ਲਗਾਇਆ ਜਾ ਰਿਹਾ ਹੈ, ਜੋ ਕਿ ਕਿਸੇ ਤਰੀਕੇ ਵੀ ਗੁਰਮਤ ਮਰਿਆਦਾ ਦੇ ਅਨੁਕੂਲ ਨਹੀਂ ਹੈ। ਤੋ ਇਹ ਹੋਲੀ ਕੀਨੀ ਸਿਰਫ ਸੰਤ ਸੇਵ ਦੇ ਲਫ਼ਜ਼ਾਂ ਨੂੰ ਲੈ ਕੇ ਤੇ ਦੁਨਿਆਵੀ ਹੋਲੀ ਨੂੰ ਪ੍ਰਚਲਿਤ ਕਰਨਾ ਕਿਸੇ ਤਰੀਕੇ ਵੀ ਗੁਰਮਤ ਸਿਧਾਂਤ ਔਰ ਇਸ ਸ਼ਬਦ ਦੀ ਭਾਵਨਾ ਦੇ ਅਨੁਕੂਲ ਨਹੀਂ ਹੈ। ਤੋ ਆਸ ਹੈ ਕਿ ਜਿਨ੍ਹਾਂ ਨੇ ਸਵਾਲ ਪੁੱਛਿਆ ਉਹਨਾਂ ਦਾ ਜਵਾਬ ਮਿਲ ਚੁੱਕਾ ਹੋਵੇਗਾ। ਜਾਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਵੀਰ ਮਨਿੰਦਰਪਾਲ ਸਿੰਘ ਜੀ, ਤੁਸੀਂ ਸਾਰੇ ਸ਼ਬਦ ਦਾ ਭਾਵ ਬੜੇ ਅੱਛੇ ਤਰੀਕੇ ਨਾਲ ਸਾਨੂੰ ਸਮਝਾਇਆ। ਔਰ ਸੰਗਤ ਜੀ, ਕੋਈ ਇਹਦੇ ਸ਼ੱਕ ਸ਼ੁਬਾ ਨਹੀਂ ਹੈ ਕਿ ਜਿਹੜੀ ਸਾਡੀ ਗੁਰਮਤ ਹੋਲੀ ਸਿਖਾਈ ਜਾਂਦੀ ਹੈ ਉਹ ਜਿਹੜੀ ਸਤ ਬਸੰਤ ਦੀ ਗੱਲ ਉਹਨਾਂ ਨੇ ਕੀਤੀ ਹੈ ਨਾ ਹਮੇਸ਼ਾ। ਦੇਖੋ ਵੈਸੇ ਵੀ ਸਾਡਾ ਕਿੰਨਾ ਸਿੱਖ ਮਤ ਦਾ ਸੱਭਿਆਚਾਰ ਕਿੰਨਾ ਅਮੀਰ ਹੈ। ਕਈਆਂ ਮਤਾਂ ਨੇ ਕਿਸੇ ਮਹੀਨੇ ਨਾਲ ਜੁੜੇ ਨੇ ਜੀ, ਇਹ ਖਾਸ ਮਹੀਨਾ ਇਹ ਹੁੰਦਾ, ਕੋਈ ਕਿਸੇ ਦਿਨ ਨਾਲ ਜੁੜਿਆ, ਕੋਈ ਕਿਸੇ ਮੂਰਤ ਨਾਲ ਜੁੜਿਆ। ਪਰੰਤੂ ਇੱਥੇ ਗੁਰਬਾਣੀ ਵਿੱਚ ਤੇ ਮਹਾਰਾਜ ਨੇ ਕਿਹਾ ਕਿ ਸਾਡਾ ਹਰ ਸਮਾਂ ਜਿਹੜਾ ਉਹ ਵਾਹਿਗੁਰੂ ਨਾਲ ਜੁੜਨ ਦਾ ਹੈ, ਇਸ ਲਈ ਸਾਡੀ ਹਰ ਵੇਲੇ ਹੋਲੀ ਹੈ। ਪਰ ਜਿਵੇਂ ਵੀਰ ਜੀ ਨੇ ਵੀ ਦੱਸਿਆ, ਜਿਹੜੀਆਂ ਅਨਮਤੀ ਰੀਤਾਂ ਸਾਡੇ ਗੁਰੂ ਘਰਾਂ ਚ ਆ ਰਹੀਆਂ ਉਹਦਾ ਕੀ ਕਰਾਂਗੇ। 2-3 ਸਾਲ ਪਹਿਲੇ ਦੀ ਗੱਲ ਹੈ ਕਿ ਇੱਕ ਸੰਪਰਦਾ ਦੇ ਮੁਖੀ ਨੇ ਅਨੰਦਪੁਰ ਸਾਹਿਬ ਵਿਖੇ ਸਟੇਜ ਲੱਗੀ ਹੈ ਜਿੱਥੇ ਗੱਲ ਕਥਾ ਕੀਰਤਨ ਦੀ ਹੋ ਰਹੀ ਹੈ, ਪਰੰਤੂ ਸਟੇਜ ਤੇ ਬੈਠੇ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਆ ਕੇ ਕਿਸੇ ਸੰਪਰਦਾ ਦੇ ਮੁਖੀ ਨੇ ਉਹਨਾਂ ਦੇ ਮੱਥੇ ਤੇ ਰੰਗ ਲਾਣੇ ਸ਼ੁਰੂ ਕਰ ਦਿੱਤੇ। ਹੁਣ ਜੇ ਇੱਥੇ ਤੱਕ ਅਸੀਂ ਪਹੁੰਚ ਗਏ ਹਾਂ ਤੇ ਇਹਦਾ ਹੱਲ ਕੀ ਹੈ। ਤੋ ਆਓ ਹੁਣ ਬੜਾ ਇੱਕ ਇਸ ਵੇਲੇ ਖਾਸ ਟਾਈਮ ਹੈ। ਖਾਸ ਟਾਈਮ ਇਸ ਕਰਕੇ ਕਿ ਹੈ ਕਿਉਂਕਿ ਸੋ ਕਾਲ ਜਿਹੜੀ ਹੋਲੀ ਜਿਹਦੇ ਨਾਲ ਮੂੰਹ ਸਿਰ ਰੰਗੇ ਜਾਂਦੇ ਨੇ ਉਹ ਅੱਜ ਕੱਲ੍ਹ ਮਤਲਬ ਵੀ ਹੁਣ ਸ਼ੁਰੂ ਹੋਣ ਵਾਲੀ ਹੈ। ਤੇ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਵੀ ਕਮਿਊਨੀਕੇਸ਼ਨ ਰਾਹੀਂ, ਭਾਵ ਈਮੇਲ ਜਾਂ ਕੁਝ ਵੀ ਹੋਵੇ, ਉਹਨਾਂ ਨੂੰ ਹੁਣ ਤੋਂ ਲਿਖੀਏ ਵੀ ਇਹ ਜਿਹੜੀ ਹੈ ਬਾਣੀ ਦੀਆਂ ਤੁਕਾਂ ਕੀ ਕਹਿੰਦੀਆਂ ਨੇ, ਅਸੀਂ ਕੀ ਕਰ ਰਹੇ ਹਾਂ। ਤੇ ਘੱਟੋ ਘੱਟ ਇਤਿਹਾਸਕ ਸਥਾਨਾਂ ਤੇ ਜਿੱਥੇ ਰੰਗ ਉਡਾਏ ਜਾਂਦੇ ਨੇ, ਰੰਗ ਲਗਾਏ ਜਾਂਦੇ ਨੇ, ਉਹਨਾਂ ਨੂੰ ਕੰਟਰੋਲ ਕੀਤਾ ਜਾਏ, ਕਿਉਂਕਿ ਉਹ ਸਾਡੀ ਮੁੱਖੀ ਸੰਸਥਾ ਉਹ ਕਰ ਸਕਦੇ ਨੇ। ਨਾਲ ਹੀ ਰਾਗੀ ਸਿੰਘ ਜਿਹੜੇ ਕੀਰਤਨੀ ਸਿੰਘ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਐਡਵਾਈਜ਼ਰੀ ਹੋਣੀ ਚਾਹੀਦੀ ਹੈ ਬਈ ਤੁਸੀਂ ਸ਼ਬਦ ਜਿਸ ਵੇਲੇ ਮਰਜ਼ੀ ਪੜ੍ਹੋ, ਬਾਣੀ ਪੜ੍ਹਨ 'ਚ ਕੋਈ ਮਨਾਹੀ ਨਹੀਂ ਹੈ, ਕਦੀ ਰਾਤ ਪੜ੍ਹੋ, ਦਿਨੇ ਪੜ੍ਹੋ, ਅੱਜ ਪੜ੍ਹੋ, ਕੱਲ ਪੜ੍ਹੋ, ਪਰੰਤੂ ਕਿਸੇ ਮੌਕੇ ਢੁਕਾ ਕੇ ਪੜ੍ਹਨਾ। ਤੇ ਜੇ ਬਸੰਤ ਚਾਲੀ ਹੈ ਤੇ ਉਹ ਭਾਈ ਗੁਰਦਾਸ ਜੀ ਦੇ ਇੱਕ ਵਾਰ ਚੋਂ ਲੈ ਕੇ ਤੇ ਉਹ ਗੁੱਡੀ ਉਡਾਉਣ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਸਾਰਾ ਸਾਲ ਤੇ ਉਹਨਾਂ ਨੂੰ ਗੁੱਡੀ ਨਹੀਂ ਉਡਾਈ ਜਾਂਦੀ, ਫਿਰ ਉੱਥੇ ਮਤਲਬ ਕੋਈ ਪਤਾ ਨਹੀਂ ਗੁੱਡੀ ਕਾਹਦੇ ਲਫ਼ਜ਼ ਵਰਤੇ। ਤੋ ਇਸੇ ਤਰ੍ਹਾਂ ਇਹ ਜਿਹੜੀ ਹੋਲੀ ਲਫ਼ਜ਼ ਹੈਗਾ, ਵੀਰ ਜੀ ਨੇ ਬੜਾ ਸਪਸ਼ਟ ਸਾਨੂੰ ਦੱਸਿਆ ਉਹਦਾ ਅਰਥ ਕੀ ਹੈ। ਇਸ ਰੰਗਦਾਰ ਹੋਲੀ ਜਿਹੜੀ ਸੋ ਕਾਲ ਹੈ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਤੋ ਆਓ ਆਪਾਂ ਜਾਗਰੂਕ ਵੀ ਹੋਈਏ ਤੇ ਆਪਣੀ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਜਾਗਰੂਕ ਕਰੀਏ। ਤੇ ਲੋੜ ਤੇ ਇਹ ਹੈ ਕਿ ਆਪਾਂ ਹਰ ਹਫ਼ਤੇ ਪ੍ਰਚਾਰ ਦੀ ਗੱਲ ਵੀ ਕਰਦੇ ਹਾਂ, ਹਰ ਸਮੇਂ ਕਰਦੇ ਹਾਂ। ਤੇ ਸੋਮਵਾਰ ਉਚੇਚਾ ਜ਼ੋਰ ਦਿੱਤਾ ਜਾਂਦਾ ਵੀ ਹਰ ਸਿੱਖ ਪ੍ਰਚਾਰਕ ਹੈ। ਤੇ ਸੰਗਤ ਜੀ, ਪ੍ਰਚਾਰ ਦਾ ਮਤਲਬ ਬੜੇ ਤਰੀਕੇ ਨੇ। ਅਸਲ ਪ੍ਰਚਾਰ ਹੈਗਾ ਸਾਡਾ ਆਪਣਾ ਕਿਰਦਾਰ।
ਅਸੀਂ ਕੀ ਕਰਦੇ ਹਾਂ ਆਪਣੇ ਘਰਾਂ ਵਿੱਚ ਅਸੀਂ ਬਾਹਰ ਤੇ ਬੜੀਆਂ ਸੋਹਣੀਆਂ ਅਸੀਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਾਂ ਪਰੰਤੂ ਘਰਾਂ ਵਿੱਚ ਸਾਡਾ ਕਿਰਦਾਰ ਕੀ ਹੈ ਕਿਉਂਕਿ ਹਮੇਸ਼ਾ ਜੇ ਅਸੀਂ ਸੋਚੀਏ ਪ੍ਰਚਾਰ ਦੀ ਗੱਲ ਤੇ ਉਹ ਪ੍ਰਚਾਰ ਘਰ ਤੋਂ ਸ਼ੁਰੂ ਹੁੰਦਾ ਹੈ ਜੇਕਰ ਘਰ ਵਿੱਚ ਸਾਡਾ ਜਿਹੜਾ ਵਰਤਾਓ ਹੈ ਉਹ ਬਜ਼ੁਰਗਾਂ ਨਾਲ ਕੁਝ ਹੋਰ ਹੈ ਬੱਚਿਆਂ ਨਾਲ ਕੁਝ ਹੋਰ ਹੈ ਔਰਤ ਨਾਲ ਕੁਝ ਹੋਰ ਹੈ ਮਰਦ ਨਾਲ ਕੁਝ ਹੋਰ ਹੈ ਤੇ ਸੰਗਤ ਜੀ ਇਹ ਜਿਹੜੀ ਦੋਗਲੀਆਂ ਨੀਤੀਆਂ ਨੇ ਉਹਨਾਂ ਨਾਲ ਗੱਲ ਨਹੀਂ ਬਣਦੀ ਸਾਡਾ ਇਸ ਵੇਲੇ ਨੁਕਸਾਨ ਹੋਇਆ ਹੀ ਇਸ ਕਰਕੇ ਹੈ ਕਿ ਅਸੀਂ ਗੱਲਾਂ ਤੇ ਬਹੁਤ ਵਧੀਆ ਕਰਦੇ ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁਧਾ ਕਾਲੀਆਂ ਬਾਹਰੋਂ ਚਿਤਵੀ ਤੋ ਸਾਡਾ ਇਹ ਹਾਲਾਤ ਨੇ ਜਿਹੜੇ ਸਾਨੂੰ ਗੁਰਬਾਣੀ 'ਚ ਪਹਿਲੇ ਉਹਨਾਂ ਨੇ ਵਾਰਨ ਕੀਤਾ ਹੈ ਤੋ ਆਓ ਆਪਾਂ ਇਹ ਪ੍ਰਚਾਰ ਦਾ ਇੱਕ ਸਭ ਤੋਂ ਵਧੀਆ ਢੰਗ ਇਹ ਹੈ ਕਿ ਅਸੀਂ ਆਪਣੀ ਬੋਲਬਾਣੀ ਵਧੀਆ ਰੱਖੀਏ ਅਸੀਂ ਕੋਈ ਐਸਾ ਕੰਮ ਨਾ ਕਰੀਏ ਜਿਹੜਾ ਸਾਡੇ ਪਰਿਵਾਰਕ ਮੈਂਬਰਾਂ ਤੇ ਮਾੜਾ ਪ੍ਰਭਾਵ ਪਾਵੇ ਕਿਉਂਕਿ ਇੱਕ ਪਰਿਵਾਰ ਕਰਕੇ ਸੰਸਾਰ ਬਣਦਾ ਤੋ ਮੈਨੂੰ ਯਾਦ ਹੈ ਕਿ ਨਸ਼ਿਆਂ ਖਿਲਾਫ ਇੱਕ ਮੁਹਿੰਮ ਵੱਡੀ ਜਿਹੜੀ ਖੈਰ ਚਲਦੀ ਹੁਣ ਵੀ ਚੱਲ ਰਹੀ ਹੈ ਸਾਡੀ ਮੁਹਿੰਮ ਤੇ ਉਹਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਚਾਹੁੰਦੇ ਨੇ ਕਿ ਸਾਡੇ ਬੱਚੇ ਸ਼ਰਾਬ ਨਾ ਪੀਣ ਪਰੰਤੂ ਆਪ ਨਹੀਂ ਛੱਡ ਸਕਦੇ ਕੋਈ ਕਹਿੰਦਾ ਮੈਂ ਤੇ ਕਦੀ ਕਦਾਈ ਪੀਣਾ ਜੀ ਕੋਈ ਕਹਿੰਦਾ ਮੈਂ ਤੇ ਕਿਸੇ ਫਲਾਣੇ ਦਿਨ ਪੀਣਾ ਜੀ ਮਤਲਬ ਇਹ ਹੈ ਕਿ ਆਪ ਨਹੀਂ ਛੱਡਣੀ ਪਰੰਤੂ ਜੇ ਬੱਚੇ ਇਸ ਪਾਸੇ ਗੱਲ ਕਰਨ ਤੇ ਦੁਖੀ ਹੋਣਾ ਤਾਂ ਇਹਦਾ ਮਤਲਬ ਇਹ ਹੈ ਕਿ ਸਾਡਾ ਕਿਰਦਾਰ ਹੋਣਾ ਚਾਹੀਦਾ ਜਿਸ ਘਰ ਵਿੱਚ ਆਪ ਇੱਕ ਡਿਸਪਲਿਨ ਹੋਏਗਾ ਉਹਨਾਂ ਦੇ ਬੱਚੇ ਵੀ ਡਿਸਪਲਿਨ ਨਾਲ ਔਰ ਬੱਚਾ ਜਿੰਨਾ ਛੋਟਾ ਹੈ ਉਹਦੀ ਗ੍ਰਾਸਪਿੰਗ ਪਾਵਰ ਓਡੀ ਜ਼ਿਆਦਾ ਹੁੰਦੀ ਮਤ ਸੋਚੀ ਕਿ ਛੋਟਾ ਜਿਹਾ ਬੱਚੇ ਨੂੰ ਕੀ ਪਤਾ ਉਹਨੂੰ ਜ਼ਿਆਦਾ ਪਤਾ ਲੱਗੇ ਛੋਟਾ ਬੱਚਾ ਜਿਹੜਾ ਬੋਲਦਾ ਭਾਵੇਂ ਘੱਟ ਹੋਵੇ ਪਰੰਤੂ ਸੁਣਦਾ ਵੀ ਹੈ ਤੇ ਦੇਖਦਾ ਵੀ ਇਸ ਕਰਕੇ ਜੇ ਤੁਹਾਡੇ ਅੱਗੇ ਨਹੀਂ ਬੋਲ ਸਕਦਾ ਤੇ ਇਹ ਉਹਦੀ ਕਮਜ਼ੋਰੀ ਨਾ ਸਮਝੋ ਇਹ ਆਪਣੀ ਕਮਜ਼ੋਰੀ ਹੈ ਤਾਂ ਆਓ ਅਸੀਂ ਆਪਣਾ ਕਿਰਦਾਰ ਉੱਚਾ ਰੱਖੀਏ ਜੇ ਅਸੀਂ ਚਾਹੁੰਦੇ ਹਾਂ ਕਿ ਬਾਣੀ ਦਾ ਪ੍ਰਚਾਰ ਹੋਵੇ ਤੇ ਆਪ ਬਾਣੀ ਆਪ ਪੜ੍ਹੀਏ ਜੇ ਅਸੀਂ ਚਾਹੁੰਦੇ ਹਾਂ ਬਾਣੀ ਸਮਝੀ ਜਾਏ ਤੇ ਅਸੀਂ ਆਪ ਬਾਣੀ ਸਮਝੀਏ ਉਸ ਬਾਣੀ ਦੇ ਮੁਤਾਬਕ ਜੀਵਨ ਜੀਵੀਏ ਸਾਡੇ ਘਰ ਦੇ ਸਾਨੂੰ ਦੇਖਣਗੇ ਸਾਨੂੰ ਫੋਲੋ ਕਰਨਗੇ ਤੇ ਜੇ ਅਸੀਂ ਸੋਚੀ ਵੀ ਨਹੀਂ ਅਸੀਂ ਜੋ ਮਰਜ਼ੀ ਕਰ ਦਈਏ ਗੁਰਦੁਆਰਾ ਸਾਹਿਬ ਆ ਕੇ ਜਾਂ ਇੱਥੇ ਕਲਾਸ ਤੇ ਆ ਕੇ ਮੈਂ ਲੈਕਚਰ ਦੇ ਦੇਵਾਂ ਇਹ ਪ੍ਰਚਾਰ ਨਹੀਂ ਹੈ ਇਹ ਕੇਵਲ ਮੈਨੂੰ ਖਿਮਾ ਕਰਨਾ ਫਿਰ ਇਹ ਧੋਖਾ ਰਹਿ ਜਾਏਗਾ ਤਾਂ ਆਓ ਅਸੀਂ ਆਪਣਾ ਕਿਰਦਾਰ ਬਣਾਈਏ ਸਾਡਾ ਕਿਰਦਾਰ ਹੀ ਪ੍ਰਚਾਰ ਹੈ ਤਾਂ ਆਪਾਂ ਇਹ ਤਹਈਆ ਕਰੀਏ ਕਿ ਅਸੀਂ ਘਰ ਦੇ ਵਿੱਚ ਸਾਡੀ ਬੋਲਬਾਣੀ ਠੀਕ ਹੋਏਗੀ ਸਾਡਾ ਬਹਿਣ ਉੱਠਣ ਠੀਕ ਹੋਏਗਾ ਸਾਡਾ ਕੰਮ ਕਰਨ ਦਾ ਢੰਗ ਜਿਹੜਾ ਉਹ ਨੇਕ ਨੀਤੀ ਵਾਲਾ ਹੋਏਗਾ ਬੇਈਮਾਨੀ ਵਾਲਾ ਨਹੀਂ ਹੋਏਗਾ ਅਸੀਂ ਮਾੜੀਆਂ ਗੱਲਾਂ ਨਹੀਂ ਘਰ 'ਚ ਕਰਾਂਗੇ ਮਾੜੇ ਦ੍ਰਿਸ਼ ਦੇ ਘਰ 'ਚ ਰੱਖਾਂਗੇ ਤੇ ਫਿਰ ਸਾਡਾ ਘਰ ਸੁਧਰੇਗਾ ਮੇਰਾ ਘਰ ਸੁਧਰਿਆ ਜਿਵੇਂ ਕਬੀਰ ਸਾਹਿਬ ਜੀ ਨੇ ਫਰੀਦ ਸਾਹਿਬ ਜੀ ਦੇ ਸ਼ਲੋਕ ਦੀ ਅੱਜ ਵਿਆਖਿਆ ਸੁਣੀ ਵੀ ਆਪ ਸਵਾਰਿਆ ਮੈਂ ਮਿਲੇ ਆਓ ਆਪਾਂ ਆਪਣੇ ਆਪ ਨੂੰ ਸਵਾਰੀਏ ਪ੍ਰਚਾਰ ਦੇ ਯੋਗ ਬਣਾਈਏ ਜੇ ਸਾਡਾ ਜੀਵਨ ਚੰਗਾ ਹੋਏਗਾ ਤੇ ਇਹੀ ਪ੍ਰਚਾਰ ਆਓ ਆਪਾਂ ਇਸ ਗੱਲ ਨੂੰ ਤਹਈਆ ਕਰੀਏ ਕਿ ਸਾਡੇ ਜੀਵਨ ਜਿਹੜੀਆਂ ਉਣਤਾਈਆਂ ਨੇ ਉਹਨਾਂ ਨੂੰ ਖਤਮ ਕਰੀਏ ਪ੍ਰਚਾਰ ਆਪੇ ਆਏਗਾ ਸਭ ਦਾ ਧੰਨਵਾਦ ਸੰਗਤ ਜੀ ਆਪ ਜੀ ਬਹੁਤ ਕਿਰਪਾ ਕਰਦੇ ਹੋ ਸਵਾਲ ਭੇਜਦੇ ਹੋ ਸਾਨੂੰ ਇਸ ਪਾਸੇ ਲਾਈ ਰੱਖਦੇ ਹੋ ਤੇ ਮੈਂ ਬੇਨਤੀ ਕਰਾਂਗਾ ਸਵਾਲ ਇਸੇ ਤਰ੍ਹਾਂ ਭੇਜੀ ਜਾਓ ਜੁੜੋ ਆਪ ਤਾਂ ਜੁੜਦੇ ਆ ਆਪਾਂ ਹੋਰਨਾਂ ਸੰਗਤਾਂ ਨੂੰ ਜੋੜ ਲੈਣ ਤਾਂ ਜੇ ਵੱਧ ਤੋਂ ਵੱਧ ਸੰਗਤਾਂ ਤੱਕ ਇਹ ਜਿਹੜਾ ਗੁਰਬਾਣੀ ਦਾ ਲਾਹਾ ਹੈ ਉਹ ਸੰਗਤਾਂ ਲੈ ਸਕਣ ਤੇ ਆਓ ਜਿਹੜਾ ਸਾਡਾ YouTube ਚੈਨਲ ਹੈ ਇਹਨੂੰ ਵੀ ਦੇਖੋ ਸਾਨੂੰ 3 ਸਾਲ ਤੇ ਹੋ ਗਏ ਨੇ ਪਰੰਤੂ ਜੇ ਸਾਡੇ 3000 ਨਹੀਂ ਬਣੇ ਸਬਸਕ੍ਰਾਈਬਰ ਸੋ ਆਓ ਆਪਾਂ ਉਹਨੂੰ ਵੀ ਅੱਗੇ ਤੋਂ ਅੱਗੇ ਆਪਣੇ ਗਰੁੱਪ 'ਚ ਪਾਈਏ ਜਿੱਥੇ ਸਾਡੀ ਮੇਲ ਜੋਲ ਉਹਨੂੰ ਕਹੀਏ ਕਿ ਇਸ ਨੂੰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਜਿਸ ਤਰ੍ਹਾਂ ਮੈਂ ਬੇਨਤੀ ਕਰਦਾ ਹੁੰਦਾ ਕਿ ਜਿਸ ਵੇਲੇ ਤੁਹਾਡੇ ਕੋਲ ਆਉਂਦਾ ਉਹਨੂੰ ਇਮੀਡੀਏਟਲੀ ਉਸੇ ਵੇਲੇ ਆਪਣੇ ਗਰੁੱਪਾਂ ਵਿੱਚ ਅੱਗੇ ਸਰਕੂਲੇਟ ਕਰ ਦਿਓ ਇਹ ਵੀ ਇੱਕ ਪ੍ਰਚਾਰ ਹੈ ਤਾਂ ਜੇ ਵੱਧ ਤੋਂ ਵੱਧ ਸੰਗਤਾਂ ਤੱਕ ਇਹ ਚੀਜ਼ਾਂ ਜੀ ਪਹੁੰਚਣ ਤੋ ਆਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸਾਨੂੰ ਸੋਝੀ ਬਖਸ਼ਣਗੇ ਕਿ ਅਸੀਂ ਚੰਗਾ ਜੀਵਨ ਜਿਉ ਕੇ ਇਹ ਪ੍ਰਚਾਰ ਕਰ ਸਕੀਏ ਤੇ ਕਿਉਂਕਿ ਜਿੱਥੇ ਤੱਕ ਸਿੱਖ ਮਿਸ਼ਨਰੀ ਕਾਲਜ ਦਾ ਤਲਕ ਹੈ ਸਾਡਾ ਤੇ ਨਾਰਾ ਹੀ ਹੈ ਕਿ ਗੁਰਮਤਿ ਸਿੱਖ ਕੀ ਅਸਾਂ ਸਿਖਾਉਣੀ ਅੰਮ੍ਰਿਤਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ ਸੋ ਸਾਰੀ ਦੁਨੀਆ ਦੇ ਵਿਚਕਾਰ ਆਓ ਆਪਣੇ ਘਰ ਤੋਂ ਅੱਜ ਸ਼ੁਰੂ ਕਰ ਦਈਏ ਸਤਿਗੁਰੂ ਕਿਰਪਾ ਕਰਨ ਜਿਤਨੀ ਜ਼ਿੰਦਗੀ ਰਹਿੰਦੀ ਹੈ ਉਹ ਆਪਾਂ ਗੁਰੂ ਲੇਖੇ ਲਾਈਏ ਤਾਂ ਜੇ ਜੀਵਨ ਸਫਲ ਹੋ ਸਕੇ ਭੁੱਲਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ ਅਗਲੇ ਸੋਮਵਾਰ ਇਸੇ ਤਰ੍ਹਾਂ ਫਿਰ ਤੁਹਾਨੂੰ ਮਿਲਾਂਗੇ ਇਹ ਪੈਨਲ ਆਏਗਾ ਤੋਂ ਅੱਜ ਹੋਈਆਂ ਬਹੁਤ ਸਾਰੀਆਂ ਤਰੁੱਟੀਆਂ ਲਈ ਮੈਂ ਆਪਣੇ ਔਰ ਪੈਨਲ ਦੀ ਬਿਹਾਫ ਤੇ ਆਪਸੋਂ ਖਿਮਾ ਮੰਗਦਾ ਹੋਇਆ ਫਤਿਹ ਦੀ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।